ਮੇਲ ਲਹੁ ਦਇਆਲ, ਟਹਿ ਪਏ ਦੁਆਰਿਆ। ਰਖ ਲੇਵਹੁ ਦੀਨ ਦਇਆਲ, ਭਰਮਤ ਬਹੁ ਹਾਰਿਆ। ਭਗਤ ਵਸ਼ਲ ਤੇਰਾ ਬਿਰਦ, ਹਰ ਪਤਤ ਉਧਾਰਿਆ। ਤੁਝ ਬਿਨ ਨਾਹੀ ਕੋਇ, ਬਿਨੋ ਮੋਹਿ ਸਾਰਿਆ। ਕਰ ਗਹਿ ਲਿਹੁ ਦਇਆਲ, ਸਾਗਰ ਸੰਸਾਰਿਆ। ਹੋਂ ਅਪਰਾਧੀ ਗੁਨਹਗਾਰ, ਹੋਂ ਬੇਮੁਖ ਮੰਦਾ। ਚੋਰ ਜਿਆਰ ਜੁਆਰ ਹੋ, ਪਰ ਘਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ, ਠਗ ਦੇਸ ਠਗੰਦਾ। ਕਾਮ ਕ੍ਰੋਧ ਮਦ ਲੋਭ ਮੋਹ, ਅਹੰਕਾਰ ਕਰੰਦਾ। ਵਿਸਾਸ ਘਾਤੀ ਅਕਿਰਤ ਘਣ, ਮੈਂ ਕੋ ਨ ਰਖੰਦਾ। ਸਿਮਰ ਮੁਰੀਦਾ ਢਾਡੀਆ, ਸਤਿ ਗੁਰ ਬਖਸ਼ੰਦਾ। ਕਹਾ ਬੁੱਧ ਪ੍ਰਭ ਤੁਸ਼ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਉਚਰਹਿ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰਉ ਸੁਨੈ, ਜੋ ਕਾਲ ਕਿਰਪਾ ਕਰਾਇ। ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ। ਖੇਲ ਖੇਲ ਅਖੇਲ ਖੇਲਨ, ਅੰਤ ਕੋ ਫਿਰ ਏਕ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਔਰ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਖਾਲਸਾ ਸਾਧ ਸੰਗਤ ਜੀ। ਆਪ ਜੀ ਅੰਮ੍ਰਿਤ ਵੇਲੇ ਤੋਂ ਆਨੰਦਮਈ ਬਾਣੀ ਦਾ ਰਸ ਮਾਣ ਰਹੇ ਹੋ। ਆਸਾ ਦੀ ਵਾਰ ਦੇ ਕੀਰਤਨ ਹੋਏ ਨੇ, ਜੋ ਲੜੀਵਾਰ ਕਥਾ ਪ੍ਰਾਰੰਭ ਹੈ। ਜਾਪ ਸਾਹਿਬ ਦੀ ਜੋ ਬਾਣੀ ਦੀ ਕਥਾ ਚੱਲ ਰਹੀ ਹੈ, ਉਹ ਸਤਿਗੁਰੂ ਜੀ ਦੀ ਕਿਰਪਾ ਨਾਲ ਸਰਵਣ ਕਰਨਾ ਕਰੀਏ। ਵਾਹਿਗੁਰੂ ਸਾਹਿਬ ਜੀਓ। ਏਕ ਮੂਰਤ ਅਨੇਕ ਦਰਸ਼ਨ। ਮਹਾਰਾਜ ਕਹਿੰਦੇ ਏਕ ਮੂਰਤ, ਚੇਤਨ ਸਰੂਪ ਇੱਕੋ ਹੈ। ਸਭ ਆਕਾਰਾਂ ਵਿੱਚ ਉਸੇ ਦੇ ਹੀ ਦਰਸ਼ਨ ਹੋ ਰਹੇ ਹਨ। ਨਰਸਿੰਘ ਬਰਾਹ ਆਦਿਕ ਰੂਪ ਇੱਕੋ ਹੈ। ਦਰਸ਼ਨ ਆਪ ਦੇ ਅਨੇਕ ਪ੍ਰਕਾਰ ਦੇ ਹੋ ਰਹੇ ਹਨ। ਏਕ ਮੂਰਤ, ਏਕ ਮੂਲ ਬਿੰਬੀ ਰੂਪ ਇੱਕ ਹੈ। ਭਾਵ ਕਿ ਉਸ ਇੱਕ ਪਰਮਾਤਮਾ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਪਰਮਾਤਮਾ ਇੱਕੋ ਹੈ। ਅੰਤঃਕਰਣ ਦੀਆਂ ਉਪਾਧੀਆਂ ਕਰਕੇ ਅਨੇਕ ਰੂਪ ਪ੍ਰਤੀਤ ਹੋ ਰਿਹਾ ਹੈ, ਅਨੇਕ ਦਰਸ਼ਨ। ਹੁਣ ਕਹਿੰਦੇ ਕੌਣ ਕਹਿ ਰਿਹਾ ਹੈ ਕਿ ਅਨੇਕ ਦਰਸ਼ਨ, ਕਿ ਪਰਮਾਤਮਾ ਦੇ ਅਨੇਕ ਦਰਸ਼ਨ ਨੇ। ਹੁਣ ਅੱਗੇ ਸਮਝਾਉਣਾ ਕਰਦੇ ਨੇ ਅਨੇਕ ਦਰਸ਼ਨ। ਜਿਹੜੇ 6 ਸ਼ਾਸਤਰ ਨੇ, ਇਹ ਵੀ ਅਨੇਕ ਰੂਪ ਕਰਕੇ ਕਥਨ ਕਰਦੇ ਨੇ। ਕਿਉਂਕਿ ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਵੇਦਾਂ ਵਿੱਚ ਵੀ ਕਈ ਜਗ੍ਹਾ ਕਿਸੇ ਚੀਜ਼ ਦਾ ਖੰਡਨ ਕੀਤਾ ਹੈ, ਕਿਸੇ ਚੀਜ਼ ਦਾ ਮੰਡਨ ਕੀਤਾ ਹੈ। ਇਸੇ ਤਰ੍ਹਾਂ ਇਹਨਾਂ ਨੂੰ ਪੜ੍ਹ ਕੇ ਸ਼ੰਕੇ ਦੀ ਨਿਵਰਤੀ ਨਹੀਂ ਹੁੰਦੀ, ਸ਼ੰਕਿਆਂ ਦੀ ਨਿਵਰਤੀ ਨਹੀਂ ਹੁੰਦੀ। 6 ਸ਼ਾਸਤਰਾਂ ਵਿੱਚੋਂ ਸਭ ਤੋਂ ਪਹਿਲੇ ਹੈ ਸਾਂਖ ਸ਼ਾਸਤਰ, ਜਿਸ ਦਾ ਕਰਤਾ ਕਪਿਲ ਮੁਨੀ ਹੈ। ਇਸ ਦੀ ਸੁਰਤੀ ਹੈ ਕਿ ਅਸੰਗਿਓ ਹੂੰ ਪੁਰਖਾ,
ਕਿ ਜੋ ਆਤਮਾ ਹੈ ਉਹ ਵੱਖਰਾ ਹੈ। 24 ਤੱਤਵਾਦੀ 25ਵਾਂ ਪੁਰਖ ਮੰਨਦਾ ਹੈ, ਅਨੀਸਰਵਾਦੀ ਹੈ। ਦੂਜਾ ਹੈ ਨਿਆਇਕ, ਜੋ ਨਿਆਇਕ ਸ਼ਾਸਤਰ ਦਾ ਕਰਤਾ ਹੈ ਗੌਤਮ। ਇਹ ਕਰਤਰੀ ਕਰਤਰਾ ਭਾਵ ਸਿੱਧ ਕਰਦਾ ਹੈ, ਪਰਮਾਣੂਆਂ ਤੋਂ ਸ੍ਰਿਸ਼ਟੀ ਮੰਨਦਾ ਹੈ। ਆਤਮਾ ਵਿੱਚ ਗਿਆਨ ਗੁਣ ਮੰਨਦਾ ਹੈ ਕਿ ਆਤਮਾ ਇੱਕ ਗਿਆਨ ਸਿਰਫ ਗੁਣ ਹੈ, ਗਿਆਨ ਸਰੂਪ ਨਹੀਂ ਹੈ। ਗਿਆਨ ਸਰੂਪ ਨੂੰ ਨਹੀਂ ਮੰਨਦਾ ਇਹ। ਕਹਿੰਦਾ ਚਮੜੀ ਨਾਲ ਸੰਬੰਧ ਹੁੰਦਾ ਹੈ ਤਾਂ ਗਿਆਨ ਹੁੰਦਾ ਹੈ। 9 ਦਰਵ ਤੇ 7 ਪਦਾਰਥ ਮੰਨਦਾ ਹੈ। ਇੱਕ ਦੇਸ਼ੀ ਪਰਮੇਸ਼ਰ ਨੂੰ ਇਹ ਮੰਨਦਾ ਹੈ ਕਿ ਰਾਜੇ ਦੀ ਤਰ੍ਹਾਂ, ਜਿਵੇਂ ਇੱਕ ਥਾਂ 'ਤੇ ਬੈਠ ਕੇ ਸਾਰੇ ਦੇਸ਼ ਵਿੱਚ ਰਾਜਾ ਰਾਜ ਕਰਦਾ ਹੈ, ਜਿਵੇਂ ਮੰਦਰ ਦੇ ਇੱਕ ਕੋਨੇ 'ਤੇ ਦੀਵਾ ਜਗਦਾ ਹੈ ਤੇ ਸਾਰੇ ਮੰਦਰਾਂ ਨੂੰ ਪ੍ਰਕਾਸ਼ਦਾ ਹੈ, ਇਹ ਇਸ ਤਰ੍ਹਾਂ ਪਰਮੇਸ਼ਰ ਨੂੰ ਮੰਨਦਾ ਹੈ। ਆਕਾਸ਼ ਨੂੰ ਸੱਤ ਮੰਨਦਾ ਹੈ, ਜਾਤੀ ਨੂੰ ਸੱਤ ਮੰਨਦਾ ਹੈ। ਪਰ ਜੇ ਹਾਥੀ ਵਾਲਾ ਆਤਮਾ ਕੀੜੀ ਵਿੱਚ ਪਾਵੇ ਤਾਂ ਲਮਕੇਗਾ, ਜੇ ਕੀੜੀ ਵਾਲਾ ਆਤਮਾ ਹਾਥੀ ਵਿੱਚ ਪਾਵੇ ਤਾਂ ਇੱਕ ਨੁੱਕਰ ਹੀ ਰਹੇਗਾ। ਇਹ ਨਿਆਇਕ ਗ੍ਰੰਥ ਦਾ ਇਸ ਤਰ੍ਹਾਂ ਇਹ ਮੰਨਦਾ ਹੈ। ਤੇ ਤੀਜਾ ਹੈ ਵਿਸ਼ੇਖਕ। ਵਿਸ਼ੇਖਕ ਗ੍ਰੰਥ ਦਾ ਕਰਤਾ, ਸ਼ਾਸਤਰ ਦਾ ਕਰਤਾ ਹੈ ਕਨਾਦ ਮੁਨੀ। ਇਹ ਸਮੇਂ ਨੂੰ ਹੀ ਸੱਤ ਮੰਨੀ ਜਾਂਦਾ ਹੈ। ਅੰਨ ਅੰਨ ਤੇ ਹੋਤ ਹੈ, ਘਾਸ ਘਾਸ ਤੇ ਹੋਏ, ਤੈਸੇ ਮਾਨੁਖ ਮਾਨੁਖ ਤੇ ਔਰ ਨਾ ਕਰਤਾ ਕੋਏ। ਕਦੇ ਜਿਵੇਂ ਪੋਲੀ ਘਾਸ ਪਿਆਜ਼ ਆਦਿ ਮੀਂਹ ਪੈਣੇ ਤੇ ਸਮੇਂ ਨਾਲ ਹਰੇ ਹੋ ਜਾਂਦੇ ਹਨ ਤੇ ਝੜ ਜਾਂਦੇ ਹਨ, ਇਸ ਤਰ੍ਹਾਂ ਇਹ ਸਮੇਂ ਨੂੰ ਹੀ ਸੱਤ ਮੰਨਦਾ ਹੈ। ਕਹਿੰਦੇ ਔਰ ਨਾ ਕਰਤਾ ਕੋਏ, ਕੋਈ ਹੋਰ ਕਰਨ ਵਾਲਾ ਹੈ ਹੀ ਨਹੀਂ। ਚੌਥਾ ਸ਼ਾਸਤਰ ਹੈ ਪੂਰਬ ਮੀਮਾਂਸਾ, ਜਿਹਦਾ ਕਰਤਾ ਹੈ ਜੈਮਨੀ। ਜੈਮਨੀ ਮੁਨੀ ਇਸ ਦਾ ਕਰਤਾ ਹੈ। ਕਹਿੰਦਾ ਕਰਮ ਕਰਕੇ ਵੱਡੇ ਬਣੀਦਾ ਹੈ, ਮਾੜੇ ਚੰਗੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ। ਵਸ ਮੇਵੰ ਭੁਗਤਵਯੰ ਕਿਰਤਾ ਕਿਰਤ ਸ਼ੁਭੰ ਅਭੁਗਤਯੰ ਨਾ ਖੀਅਤੇ। ਭੋਗੇ ਬਿਨ ਭਾਗੈ ਨਹੀਂ ਕਰਮ ਗਤੀ ਬਲਵਾਨ। ਇਹ ਕਰਮਾਂ 'ਤੇ ਹੀ ਨਿਰਣਾ ਕਰਦਾ ਹੈ। ਕਰਮ ਕਰਕੇ ਕਹਿੰਦਾ ਸ੍ਰਿਸ਼ਟੀ ਉੱਚੀ ਨੀਵੀਂ ਹੈ। ਨਿਤ ਨਿਮਿਤ ਪ੍ਰਾਸ਼ਤ ਕਾਮਕ ਵਿਧੀ ਨਿਖੇਧ ਆਦਿਕ ਕਰਮ ਹਨ। ਨਿਖੇਧ ਕਹਿੰਦੇ ਨੇ ਮਾੜੇ ਕਰਮਾਂ ਨੂੰ। ਪ੍ਰਾਸ਼ਤ ਕੋਈ ਕੰਮ ਕਰਕੇ ਫਿਰ ਉਸ ਦਾ ਪਛਤਾਤਾਪ ਕਰਨਾ। ਜਿਵੇਂ ਕਿਸੇ 'ਤੇ ਕੋਈ ਗਲਤੀ ਹੋ ਗਈ ਜਾਂ ਮਾੜਾ ਕੰਮ ਕਰਤਾ, ਫਿਰ ਉਸ ਦਾ ਪਛਤਾਵਾ ਕਰਨਾ, ਇਹਨੂੰ ਪ੍ਰਾਸ਼ਤ ਕਰਮ ਕਹਿੰਦੇ ਨੇ। ਨਿਤ ਨਿਮਿਤ ਜੋ ਨਿਤ ਦੇ ਕਿਰਿਆ ਕਰਨ ਵਾਲੇ ਜੋ ਕਰਮ ਨੇ, ਨਿਤ ਨਿਮਿਤ ਜੋ ਕਿਰਿਆ ਹੁੰਦੀ ਹੈ ਉਹ ਫਿਰ ਸੰਚਿਤ ਕਰਮ ਬਣ ਜਾਂਦੇ ਨੇ। ਵਿਧੀ ਜਿਹੜੇ ਚੰਗੇ ਕਰਮ ਹੁੰਦੇ ਨੇ, ਇਹ ਕਰਮਾਂ ਉੱਤੇ ਹੀ ਗੱਲ ਨਿਬੇੜਦਾ ਹੈ। ਜੋ ਪੂਰਬ ਮੀਮਾਂਸਾ ਦਾ ਕਰਤਾ ਜੈਮਨ ਮੁਨੀ ਹੈ। ਉਸ ਤੋਂ ਬਾਅਦ 5ਵੇਂ ਨੰਬਰ 'ਤੇ ਆਉਂਦਾ ਹੈ ਪਤੰਜਲ, ਜਿਹੜਾ 5ਵਾਂ ਸ਼ਾਸਤਰ ਹੈ। ਯੋਗ ਦਾ ਸ਼ਾਸਤਰ ਹੈ, ਜਿਸ ਦਾ ਕਰਤਾ ਹੈ ਪਤੰਜਲੀ। ਇਹ ਕਹਿੰਦਾ ਯੋਗਾ ਸੱਚ ਚਿੱਤ ਬ੍ਰਿਤੀ ਨਿਰੋਧਾ, ਕਿ ਚਿੱਤ ਦੀਆਂ ਬਿਰਤੀਆਂ ਪ੍ਰਮਾਣ ਵਿਵਰਚੇ ਨਿੰਦਰਾ ਵਿਕਲਪ ਤੇ ਸਿਮਰਤੀ ਆਦਿਕ ਨੂੰ ਰੋਕਣਾ ਤੇ ਯੋਗ ਰੂਪੀ ਮਸਾਲੇ ਨਾਲ ਮਨ ਮਾਂਜ ਕੇ ਨਿਰਮਲ ਕਰੀਦਾ ਹੈ। ਇੱਕ ਦੇਸ਼ੀ ਪਰਮੇਸ਼ਰ ਨੂੰ ਮੰਨਦਾ ਹੈ। ਜੀਵ ਈਸ ਦਾ ਭੇਦ ਸੱਤ ਮੰਨਦਾ ਹੈ। ਜੀਵ ਖੱਟ ਬੇਕਾਰਾਂ ਕਰਕੇ ਲਪੱਗ ਹੈ, ਈਸ਼ਰ ਖੱਟ ਗੁਣਾ ਕਰਕੇ ਸੁਰਬੱਗ ਹੈ। ਪਰਮਾਣੂਆਂ ਤੋਂ ਸ੍ਰਿਸ਼ਟੀ ਮੰਨਦਾ ਹੈ। ਉਸ ਤੋਂ ਬਾਅਦ 6ਵੇਂ ਨੰਬਰ 'ਤੇ ਆਉਂਦਾ ਹੈ ਵਿਦਾਂਤ ਸ਼ਾਸਤਰ, ਜਿਸ ਦਾ ਕਰਤਾ ਹੈ ਬਿਆਸ। ਦ੍ਰਿਸ਼ਟਾ ਦ੍ਰਿਸ਼ ਦੋ ਪਦਾਰਥਾ। ਦ੍ਰਿਸ਼ਟਾ ਕਹਿੰਦਾ ਸੱਤ ਹੈ, ਜਿਹੜਾ ਦੇਖਣ ਵਾਲਾ ਉਹ ਸੱਤ ਹੈ, ਉਹਨੂੰ ਸੱਚਾ ਮੰਨਦਾ ਹੈ। ਅਤੇ ਦਿਸਣ ਵਾਲੀਆਂ ਚੀਜ਼ਾਂ ਮਿੱਥਿਆ ਹਨ। ਕਹਿੰਦਾ ਜਿਹੜੀ ਚੀਜ਼ਾਂ ਦਿਸਦੀਆਂ ਹਨ ਉਹ ਝੂਠੀਆਂ ਹਨ। ਈਸ਼ਵਰ ਨੂੰ ਵਿਆਪਕ ਮੰਨਦਾ ਹੈ। ਅਗਿਆਨ ਤੋਂ ਸ੍ਰਿਸ਼ਟੀ ਦੀ ਉਤਪਤੀ ਮੰਨਦਾ ਹੈ। ਜੀਵ ਈਸ ਦੀ ਏਕਤਾ ਮੰਨਦਾ ਹੈ। ਜੀਵ ਈਸ ਕੀ ਏਕਤਾ ਜੋਈ, ਹਸਤ ਬਿਲ ਸਮ ਭਾਸੈ ਸੋਈ। ਸੁਰਤੀ ਤਾਕੋ ਨਾਮ ਬਖਾਨੈ, ਜਾਕੋ ਪਾਏ ਹੋਏ ਭਵਹਾਨੈ। ਇਹ ਤਾਂ ਇਉਂ ਹੈ ਜਿਵੇਂ 6 ਸੂਰਮਿਆਂ ਨੂੰ ਇੱਕ ਹਾਥੀ ਦਿਖਾ ਦਈਏ ਨਾ, ਤੋ ਹਾਥੀ ਨੂੰ ਫਿਰ ਆਪਣੇ ਹਿਸਾਬ ਨਾਲ ਉਹ ਦੇਖਣਗੇ। ਜਿਵੇਂ 6 ਆਂਕਾ ਇੱਕ ਹੁੰਦਾ ਹੈ, ਕੋਈ 6 ਲਿਖ ਦੇਵੇ, ਜਿਹੜਾ ਉਸ ਅੱਖਰ ਦੇ ਸਾਹਮਣੇ
ਖੜਾ ਹੈ ਉਸ ਨੂੰ ਤਾਂ ਉਹ 6 ਲੱਗੇਗਾ, ਜਿਹੜਾ ਉਲਟ ਦਿਸ਼ਾ ਵਿੱਚ ਖੜਾ ਹੈ ਉਸ ਨੂੰ ਅੱਖਰ ਉਹ 9 ਲੱਗੇਗਾ। ਐਸੇ ਤਰ੍ਹਾਂ ਜੇ 6 ਸੂਰਮਿਆਂ ਨੂੰ ਇੱਕ ਹਾਥੀ ਦਿਖਾ ਦਈਏ, ਜਿਨ੍ਹਾਂ ਉਹਦਾ ਪੇਟ ਦੇਖਿਆ ਉਹ ਤਾਂ ਕਹੂੰਗਾ ਇਹ ਗਹੀਰੇ ਜੈਸਾ ਹੈ, ਲੱਤਾਂ ਦੇਖਣ ਵਾਲਾ ਥੰਮਲੇ ਜੈਸਾ ਕਹੇਗਾ, ਸੁੰਡ ਦੇਖਣ ਵਾਲਾ ਕੇਲੇ ਜੈਸਾ ਜਾਂ ਬਾਂਹ ਜੈਸਾ ਕਹੇਗਾ, ਜੋ ਕੰਨ ਦੇਖੇਗਾ ਉਹ ਕਹੇਗਾ ਛੱਜ ਰੂਪ ਹੈ, ਪੂੰਛ ਨੂੰ ਹੱਥ ਲਾਉਣ ਵਾਲੇ ਕਹੇਗਾ ਕਿ ਰੱਸੇ ਜੈਸਾ ਹੈ। ਪਰ ਅਸਲ ਹਾਥੀ ਤਾਂ ਇੱਕੋ ਹੈ, ਪਰ ਵੱਖ-ਵੱਖ ਕਿਹਾ ਹੈ। ਇਸੇ ਤਰ੍ਹਾਂ ਪਰਮੇਸ਼ਰ ਇੱਕ ਹੈ, ਪਰ ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹੇ ਤੇਤੀ। ਪਰਮੇਸ਼ਰ ਇੱਕ ਹੈ, ਪਰ ਵੱਖਰਾ ਵੱਖਰਾ ਕਰਕੇ ਕਹਿੰਦੇ ਨੇ। ਜੋ ਖਟ ਸ਼ਾਸਤਰ ਨੇ ਪੂਰਬ ਮੀਮਾਂਸਾ ਆਦਿਕ ਦਾ ਨਿਰਣਾ ਹੈ, ਇਹਨਾਂ ਨੇ ਪਰਮੇਸ਼ਰ ਦਾ ਟਿਕਾਣਾ ਹੀ ਵੱਖ-ਵੱਖ ਦੱਸਿਆ ਹੈ। ਪਰ ਪਰਮੇਸ਼ਰ ਇੱਕ ਹੈ, ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹੇ ਤੇਤੀ। ਆਪਣੀ ਆਪਣੀ ਬੁੱਧੀ ਨਾਲ ਕਥਨ ਕਰੀ ਜਾਂਦੇ ਨੇ ਪਰਮੇਸ਼ਰ ਬਾਰੇ। ਐਸੇ ਤਰ੍ਹਾਂ ਪਰਮੇਸ਼ਰ ਨੂੰ ਇਹ ਮੰਨਦੇ ਨੇ ਅਨੇਕ ਦਰਸ਼ਨ ਕਰਕੇ। ਕੀਨ ਰੂਪ ਅਨੇਕ, ਕੀਨ ਰੂਪ ਅਨੇਕ, ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ। ਪਤਾ ਨਹੀਂ ਪਰਮਾਤਮਾ ਕਿੰਨੇ ਹੀ ਰੂਪ ਬਣਾ ਲੈਂਦਾ ਹੈ, ਫਿਰ ਉਹਨਾਂ ਰੂਪਾਂ ਤੋਂ ਵੀ ਇੱਕ ਰੂਪ ਹੋ ਜਾਂਦਾ ਹੈ। ਕੀਨ ਰੂਪ ਅਨੇਕ, ਸਾਰਿਆਂ ਵਿੱਚ ਪਰਮਾਤਮਾ ਨੇ ਆਪਣੀ ਜੋਤ ਰੱਖੀ ਹੈ। ਇਸੇ ਤਰ੍ਹਾਂ ਵੀ ਪਰਮਾਤਮਾ ਅਨੇਕ ਰੂਪ ਹੋ ਗਿਆ। ਤੂੰ ਹਿਰਦੈ ਗੁਪਤ ਵਸਹਿ ਦਿਨ ਰਾਤੀ, ਤੇਰਾ ਭਾਉ ਨਾ ਬੁਝੈ ਗੁਵਾਰੀ। ਨਿਰਗੁਣ ਸਰੂਪ ਕਰਕੇ ਅਨੇਕਾਂ ਰੂਪ ਵੀ ਪਰਮਾਤਮਾ ਹੋ ਜਾਂਦਾ ਹੈ। ਕੀਨ ਰੂਪ ਅਨੇਕ, ਪਤਾ ਨਹੀਂ ਕਿੰਨੇ ਹੀ ਰੂਪ ਧਾਰ ਵੀ ਲੈਂਦਾ ਹੈ ਤੇ ਫਿਰ ਇੱਕ ਰੂਪ ਵੀ ਹੋ ਜਾਂਦਾ ਹੈ। ਖੇਲ ਖੇਲ ਅਖੇਲ ਖੇਲਨ, ਖੇਲ ਖੇਲ ਅਖੇਲ ਖੇਲਨ। ਸੱਚੇ ਪਾਤਸ਼ਾਹ ਜੀ ਉਹ ਆਪ ਖੇਲਾਂ ਦੇ ਖੇਲਾਂ ਨੂੰ ਖੇਲਣ ਵਾਲੇ ਹੋ। ਖੇਲਣ ਕਹਿੰਦੇ ਨੇ ਖਿੰਡਾ ਦੇਣਾ। ਆਪ ਜੀ ਖੇਲਾਂ ਦੇ ਖੇਲਾਂ ਨੂੰ ਖੇਲਣ ਵਾਲੇ ਹੋ ਤੇ ਅਖੇਲ ਹੋ, ਇਹਨਾਂ ਤੋਂ ਰਹਿਤ ਵੀ ਹੋ। ਜੋ ਜਗਤ ਦਾ ਖੇਲ ਤੁਸੀਂ ਖੇਲਿਆ ਹੈ, ਜਗਤ ਦੇ ਖੇਲ ਨੂੰ ਖੇਲਣ ਖਿੰਡਾ ਦੇਣ ਵਾਲੇ ਹੋ। ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਇਹ ਜਿਹੜਾ ਆਉਣ ਜਾਣ ਦਾ, ਜੰਮਣ ਮਰਨ ਦਾ ਇਹ ਖੇਲ ਬਣਾਇਆ ਹੈ ਪਰਮਾਤਮਾ, ਇਹ ਤੁਸੀਂ ਬਣਾਇਆ ਹੈ। ਇਹ ਤਮਾਸ਼ਾ ਜੋ ਆਵਣ ਜਾਣ ਦਾ, ਜੰਮਣ ਮਰਨ ਦਾ ਬਣਾਇਆ ਹੈ, ਤੁਸੀਂ ਬਣਾਇਆ ਹੈ। ਆਗਿਆਕਾਰੀ ਕਿੰਨੀ ਮਾਇਆ, ਮਾਇਆ ਨੂੰ ਆਪਣੀ ਆਗਿਆ ਵਿੱਚ ਰੱਖਿਆ ਹੈ। ਇਸੇ ਤਰ੍ਹਾਂ ਆਪ 3 ਗੁਣ ਰੂਪ ਮਾਇਆ, ਜਿਸ ਨੂੰ ਤੁਸੀਂ ਆਗਿਆ ਵਿੱਚ ਰੱਖਿਆ ਹੈ, ਤੇ 5 ਤੱਤਾਂ ਦੇ ਜੋ ਸਥੂਲ ਤੇ ਸੂਖਮ ਦੇਹਾਂ ਨੂੰ ਬਣਾਉਣ ਦਾ ਖੇਲ ਵੀ ਤੁਸੀਂ ਖੇਲਦੇ ਹੋ। ਪਰ ਫਿਰ ਵੀ ਆਪ ਅਖੇਲ, ਖੇਲਣ ਤੋਂ ਰਹਿਤ ਹੋ। ਸਾਰੀ ਸ੍ਰਿਸ਼ਟੀ ਨੂੰ ਤੁਸੀਂ ਰਚਿਆ, ਮਾਇਆ ਨੂੰ ਆਗਿਆਕਾਰ ਬਣਾਇਆ, ਆਪਣੀ ਆਗਿਆ ਵਿੱਚ ਰੱਖਿਆ, ਪਰ ਉਹਨਾਂ ਤੋਂ ਵੀ ਆਪ ਜੀ ਰਹਿਤ ਹੋ, ਅਖੇਲ ਹੋ, ਅਤੇ ਸਾਰਿਆਂ ਨੂੰ ਖਿੰਡਾ ਵੀ ਦਿੰਦੇ ਹੋ। ਜਿੰਨੀ ਵੀ ਖੇਲਾਂ ਖੇਲੀਆਂ ਨੇ ਉਹਨਾਂ ਨੂੰ ਖਿੰਡਾ ਵੀ ਦਿੰਦੇ ਹੋ। ਜਿਵੇਂ ਕੋਈ ਬੱਚਾ ਹੁੰਦਾ ਹੈ ਨਾ, ਹੁਣ ਤਾਂ ਪਤਾ ਨਹੀਂ, ਪੁਰਾਣੇ ਸਮਿਆਂ ਵਿੱਚ ਹੁੰਦਾ ਸੀ, ਪੁਰਾਣੇ ਬਜ਼ੁਰਗਾਂ ਦੇ ਟਾਈਮ, ਕਿ ਨਦੀ ਕੋਲ ਜਾ ਕੇ ਉੱਥੇ ਰੇਤੇ ਜੀ ਦੀ ਉਹ ਘਰ ਜੇ ਬਣਾਈ ਜਾਣੇ, ਅਤੇ ਜਦੋਂ ਘਰਦਿਆਂ ਨੇ ਆਵਾਜ਼ ਮਾਰ ਲਈ ਤਾਂ ਉਹ ਘਰ ਬਣਾ ਕੇ ਢਾਹ ਦੇਣੇ। ਇਸੇ ਤਰ੍ਹਾਂ ਪਰਮਾਤਮਾ ਤੁਸੀਂ ਮਰਜ਼ੀ ਨਾਲ ਹੀ ਇਹ ਦੇਹਾਂ ਸਾਜ ਵੀ ਦਿੰਦੇ ਹੋ, ਖੇਲ ਖੇਲ ਵੀ ਜਾਂਦੇ ਹੋ, ਅਤੇ ਬਾਅਦ ਵਿੱਚ ਸਾਰਾ ਖਿੰਡਾ ਵੀ ਦਿੰਦੇ ਹੋ। ਅੰਤ ਕੋ ਫਿਰ ਏਕ, ਅੰਤ ਕੋ ਫਿਰ ਏਕ, ਖੇਲ ਸੰਕੋਚੈ ਤਉ ਨਾਨਕ ਏਕੈ। ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਉ ਨਾਨਕ ਏਕੈ। ਆਪਣਾ ਖੇਲ ਇਹ ਜਗਤ ਰੂਪ ਖੇਲ ਰਚ ਕੇ ਆਪ ਹੀ ਦੇਖੀ ਜਾਂਦਾ ਹੈ। ਖੇਲ ਸੰਕੋਚੈ ਤਉ ਨਾਨਕ ਏਕੈ, ਜਦੋਂ ਆਪਣਾ ਖੇਲ ਸਾਰਾ ਸਮੇਟ ਲਿਆ, ਸੰਕੋਚ ਕਰ ਲਿਆ, ਤਾਂ ਫਿਰ ਇੱਕ ਰੂਪ ਹੀ ਹੋ ਜਾਂਦਾ ਹੈ। ਅੰਤ ਕੋ ਫਿਰ ਏਕ, ਆਪ ਫਿਰ ਇੱਕੋ ਇੱਕ ਹੈ, ਸਭ ਖੇਲਾਂ ਨੂੰ ਖੇਲਦਾ ਹੈ, ਫਿਰ ਖਿੰਡਾ ਦਿੰਦਾ ਹੈ, ਸਭ ਖੇਲਾਂ ਤੋਂ ਖੇਲ ਹੈ। ਦੇਵ
ਦੇਵ ਭੇਦ ਨਾ ਜਾਣਹੀ। ਦੇਵ ਤੇ ਆਤਮਾ ਸਰੂਪ ਦੇ ਭੇਦ ਨੂੰ ਨਹੀਂ ਜਾਣਦੇ, ਆਪ ਨੂੰ ਨਹੀਂ ਜਾਣਦੇ। ਜਿਹ ਵੇਦ ਔਰ ਕਤੇਬ ਵੇਦ ਕਤੇਬ ਵੀ ਅੰਤ ਨਹੀਂ ਪਾ ਸਕਦੇ। ਚਾਰ ਵੇਦ ਕਤੇਬ ਅੰਜੀਲ ਜੋ ਈਸਾਈਆਂ ਦੀ ਹੈ, ਤੁਰੇਤ ਇਬਰਾਹਿਮ ਦੀ ਹੈ, ਕੁਰਾਨ ਮੁਹੰਮਦ ਦੀ ਹੈ, ਜਮੂਰ ਯਹੂਦੀਆਂ ਦੀ ਹੈ, ਇਹ ਵੀ ਤੇਰਾ ਅੰਤ ਨਹੀਂ ਪਾ ਸਕਦੇ। ਜਿਵੇਂ ਕਹਿੰਦੇ ਨੇ ਨੇਤ ਨੇਤ ਕਥੰਤ ਬੇਦਾ, ਇਹ ਤਾਂ ਸਿਰਫ ਤੈਨੂੰ ਨੇਤ ਨੇਤ ਹੀ ਕਰ ਸਕਦੇ ਨੇ। ਨੇਤ ਨੇਤ ਕਥੰਤ ਬੇਦਾ, ਊਚ ਮੂਚ ਅਪਾਰ ਗੋਬਿੰਦ ਹੈ। ਜਿਵੇਂ ਭਗਤ ਕਬੀਰ ਜੀ ਕਹਿੰਦੇ ਨੇ, ਕਦੇ ਸਖਤ ਸਨੇਹੋ ਕਰ ਸੁਨਤ ਕਰੀਏ, ਮੈਂ ਨਾ ਬਦੋਗਾ ਭਾਈ। ਕਿਉਂਕਿ ਜਿਹੜੇ ਵੇਦ ਨੇ ਨਾ, ਇਹ ਤਾਂ ਤ੍ਰਿਗੁਣ ਵਿਸ਼ਿਆ ਵੇਦਾਂ ਨੇ, ਇਹ ਕਿਸੇ ਦੀ ਸ਼ੰਕਾ ਨਹੀਂ ਨਿਵਰਤ ਕਰ ਸਕਦੇ, ਨਾ ਹੀ ਪਰਮਾਤਮਾ ਦਾ ਅੰਤ ਪਾ ਸਕਦੇ ਨੇ। ਭਗਤ ਕਬੀਰ ਜੀ ਕਹਿੰਦੇ, ਕਦੇ ਪਰਮਾਤਮਾ, ਕਦੇ ਜੇ ਤਾਂ ਸੁਨਤ ਕਰਨੀ ਹੈ ਤੂੰ ਆਪੇ ਕਰਦੀ, ਮੈਂ ਨਹੀਂ ਆਪਣੀ ਸੁਨਤ ਕਰਨੀ, ਮੈਂ ਨਹੀਂ ਕਰਵਾਣੀ। ਜੇ ਪਰਮਾਤਮਾ ਨੇ ਕਰਨੀ ਹੋਈ ਆਪੇ ਕਰ ਦੇਗਾ। ਸਖਤ ਸਨੇਹ ਕਰ ਸੁਨਤ ਕਰੀਏ, ਮੈਂ ਨਾ ਬਦੋਗਾ ਭਾਈ। ਕੁਰਾਨ ਦੇ ਤੀਜੇ ਪਾਰੇ ਵਿੱਚ ਲਿਖਿਆ ਹੈ ਕਿ ਗਊ ਮਾਰ ਕੇ ਕੁਰਬਾਨੀ ਦੇਣੀ ਆਦਿਕ ਵੀ ਲਿਖੀ ਹੈ। ਕਿਉਂਕਿ ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਗੁਰਬਾਣੀ ਕਹਿੰਦੀ ਹੈ। ਇਹ ਜਿਹੜੇ ਵੇਦ ਕਤੇਬ ਨੇ, ਇਹ ਵੀ ਪਰਮਾਤਮਾ ਦਾ ਅੰਤ ਨਹੀਂ ਪਾ ਸਕਦੇ। ਕਿਸੇ ਵੀ ਤਰ੍ਹਾਂ ਸ਼ਕਤੀ ਦੁਆਰਾ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਵੇਦ ਕਤੇਬ ਇਹ ਅੰਤ ਨਹੀਂ ਪਾ ਸਕਦੇ। ਰੂਪ ਰੰਗ ਨਾ ਜਾਤ ਪਾਤ, ਨਾ ਪਰਮਾਤਮਾ ਦਾ ਕੋਈ ਰੂਪ ਹੈ, ਆਕਾਰ ਹੈ, ਨਾ ਰੰਗ, ਜਿਵੇਂ ਲਾਲ ਨੀਲਾ ਰੰਗ ਆਦਿਕ ਹੁੰਦੇ ਨੇ, ਨਾ ਜਾਤ, ਨਾ ਉਹ ਜੰਮਦਾ ਹੈ, ਨਾ ਤੱਤਾਂ ਕਰਕੇ ਉਸ ਦੀ ਉਤਪਤੀ ਹੁੰਦੀ ਹੈ, ਨਾ ਜਾਤ, ਨਾ ਕਿਤੇ ਜਾਂਦਾ ਹੈ, ਮਰ ਕੇ ਵੀ ਨਹੀਂ ਜਾਂਦਾ ਪਰਮਾਤਮਾ। ਨਾ ਜਾਤ, ਨਾ ਉਸ ਦੀ ਕੋਈ ਜਾਤ ਹੈ, ਨਾ ਖੱਤਰੀ ਹੈ, ਨਾ ਬ੍ਰਾਹਮਣ ਹੈ, ਆਦਿਕ ਉਸ ਦੀ ਜਾਤਾਂ ਵੀ ਨਹੀਂ ਹਨ। ਸੋ ਜਾਣਈ ਕਿਹ ਜੀਵ, ਪਾਤ, ਜਿਵੇਂ ਅੱਗੇ ਸ਼੍ਰੇਣੀਆਂ ਹੁੰਦੀਆਂ ਨੇ, ਉਸ ਦੀ ਕੋਈ ਸ਼੍ਰੇਣੀ ਵੀ ਨਹੀਂ ਹੈ। ਪਾਤ, ਉਹ ਨਾਸ਼ ਹੋਣ ਤੋਂ ਰਹਿਤ ਹੈ, ਪਤਨ ਨਹੀਂ ਹੁੰਦਾ। ਸੋ ਜਾਣਈ ਕਿਹ ਜੇਬ, ਇਹ ਜੇਬ ਪਾਠ ਇੱਦਾਂ ਹੀ ਕਰਨਾ ਹੈ। ਇਹ ਜੇਬ ਇੱਥੇ ਜਿਵੇਂ ਆਪਣੇ ਕੁੜਤੇ ਨੂੰ ਜੇਬ ਲੱਗੀ ਹੁੰਦੀ ਆ, ਉਸ ਨੂੰ ਨਹੀਂ ਕਹਿੰਦੇ ਜੇਬ। ਇਹ ਫਾਰਸੀ ਦਾ ਸ਼ਬਦ ਹੈ। ਜੱਜੇ ਦੇ ਪੈਰ 'ਚ ਬਿੰਦੀ ਲਾ ਲਾ ਕੇ ਬੱਬਾ ਜ਼ੇਬ, ਜ਼ੇਬ ਕਹਿੰਦੇ ਨੇ। ਪਰ ਮਹਾਰਾਜ ਨੇ ਇੱਥੇ ਬਿਨਾਂ ਬਿੰਦੀ ਤੋਂ ਜੇਬ ਲਿਖਿਆ ਹੈ। ਆਪਾਂ ਨੇ ਉਚਾਰਨ ਉਸੇ ਤਰ੍ਹਾਂ ਹੀ ਕਰਨਾ ਹੈ, ਕਿਉਂਕਿ ਸਤਿਗੁਰਾਂ ਦੀ ਮੱਤ ਦੇ ਉੱਤੋਂ ਆਪਣੀ ਮੱਤ ਨਹੀਂ ਵਰਤਾਈ ਦੀ ਹੁੰਦੀ। ਸੋ ਜਾਣਈ ਕਿਹ ਜੇਬ, ਜੇਬ ਕਹਿੰਦੇ ਨੇ ਸੋਭ ਨੂੰ। ਸੱਚੇ ਪਾਤਸ਼ਾਹ ਜੀਓ, ਹੇ ਪਰਮਾਤਮਾ, ਤੇਰੀ ਜੋ ਸੋਭ ਹੈ, ਕੋਈ ਕਿਹੇ ਕਿਸ ਪ੍ਰਕਾਰ ਜਾਣ ਸਕਦਾ ਹੈ, ਕਹਿ ਸਕਦਾ ਹੈ। ਤਾਤ ਮਾਤ ਨਾ ਜਾਤ ਜਾ ਕਰ, ਤਾਤ ਮਾਤ ਨਾ ਜਾਤ ਜਾ ਕਰ। ਤਾਤ ਪੁੱਤਰ ਨੂੰ ਵੀ ਕਹਿੰਦੇ ਨੇ। ਤਾਤ ਦੇ ਕਈ ਅਰਥ ਨੇ, ਪਰ ਮਜ਼ਮੂਨ ਅਨੁਸਾਰ ਅਰਥ ਹੋਇਆ ਕਰਦਾ ਹੈ ਤਾਤ ਮਾਤ। ਹੁਣ ਮਾਤ ਨਾਲ ਲੱਗਿਆ ਹੈ ਤਾਂ ਤਾਤ ਦਾ ਅਰਥ ਇੱਥੇ ਪਿਤਾ ਹੈ। ਤਾਤ ਮਾਤ ਨਾ ਜਾਤ ਜਾ ਕਰ, ਨਾ ਪਰਮਾਤਮਾ ਦਾ ਕੋਈ ਪਿਤਾ ਹੈ, ਨਾ ਮਾਤਾ ਹੈ, ਨਾ ਜਾਤ ਜਾ ਕਰ, ਨਾ ਉਸ ਦੀ ਕੋਈ ਜਾਤੀ ਹੈ। ਜਨਮ ਮਰਨ ਵਿਹੀਨ, ਉਹ ਜੰਮਣ ਮਰਨ ਤੋਂ ਰਹਿਤ ਹੈ। ਪਰਮਾਤਮਾ ਜੰਮਦਾ ਮਰਦਾ ਨਹੀਂ ਹੈ। ਜਨਮ ਮਰਨ ਵਿਹੀਨ, ਜੰਮਣ ਮਰਨ ਵਿੱਚ ਆਉਂਦਾ ਨਹੀਂ ਹੈ, ਵਿਹੀਨ ਰਹਿਤ ਹੈ। ਚੱਕਰ ਬੱਕਰ ਫਿਰੈ ਚਤਰ ਚੱਕ, ਚੱਕਰ ਬੱਕਰ ਫਿਰੈ ਚਤਰ ਚੱਕ, ਉੱਪਰ ਅੱਧਕ ਲੱਗੀ ਹੈ ਚੱਕ। ਚੱਤਰ ਕਹਿੰਦੇ ਨੇ ਚੋਹਾਂ ਚਾਰ, ਚੱਕਰ ਕਹਿੰਦੇ ਨੇ ਜੋ ਚੱਕ ਨੇ। ਕਦੇ ਚੋਹਾਂ ਚੱਕਾਂ ਵਿੱਚ ਪਰਮਾਤਮਾ ਕਾਲ ਰੂਪ ਹੈ, ਉਹਦਾ ਹੁਕਮ ਰੂਪ ਬੱਕਰ ਟੇਢਾ ਚੱਕਰ ਫਿਰ ਰਿਹਾ ਹੈ। ਜਿਵੇਂ 84 ਦਾ ਗੇੜ ਹੈ ਨਾ, ਜੰਮ ਲਿਆ ਮਰ ਗਿਆ, ਜੰਮ ਗਿਆ ਮਰ ਗਿਆ। ਮਹਾਰਾਜ ਤੇਰਾ ਇਹ ਚੱਕਰ ਚੱਲਦਾ ਰਹਿੰਦਾ ਹੈ। ਇਹ ਟੇਢਾ ਪੁਣਾ, ਜਿਵੇਂ ਮਰਨੇ ਨੂੰ ਤਾਂ ਕਿਸੇ ਦਾ ਚਿੱਤ ਨਹੀਂ ਕਰਦਾ, ਪਰ ਪਰਮਾਤਮਾ ਮਾਰ ਦਿੰਦਾ ਹੈ। ਇਸੇ ਤਰ੍ਹਾਂ ਇਹ ਜੋ ਟੇਢਾ ਚੱਕਰ ਹੈ, ਇਹ ਚੱਕਰ ਪੂਣਾ ਟੇਢਾ ਪੂਣਾ ਚੱਲਦਾ ਰਹਿੰਦਾ ਹੈ। ਫਿਰੈ ਚਤਰ ਚੱਕ, ਫਿਰੈ ਚਤਰ ਚੱਕ,
ਇਹਨਾਂ ਟੇਢੇ ਪੁਣੇ ਵਿੱਚ ਜੀਵ ਫਿਰਦਾ ਰਹਿੰਦਾ ਹੈ। ਤੂੰ ਜੀਵ ਨੂੰ ਫੇਰਦਾ ਰਹਿੰਦਾ ਹੈ ਜਨਮ ਮਰਨ ਦੇ ਚੱਕਰਾਂ ਵਿੱਚ। ਮਾਨਈ ਪੁਰਤੀਨ ਮਾਨਈ ਪੁਰਤੀਨ, ਕਈ ਗੁਟਕਿਆਂ ਵਿੱਚ ਇੱਥੇ ਮਨ ਹੀ ਪਾਠ ਹਾਹੇ ਨਾਲ ਕਰਦੇ ਨੇ, ਪਰ ਈੜੀ ਨਾਲ ਸ਼ੁੱਧ ਹੈ ਮਾਨਈ ਪੁਰਤੀਨ। ਹੇ ਸੱਚੇ ਪਾਤਸ਼ਾਹ ਜੀਓ, ਤਿੰਨੇ ਲੋਕ ਆਪ ਜੀ ਨੂੰ ਮੰਨਦੇ ਹਨ, ਤਿੰਨੇ ਪੁਰੀਆਂ। ਲੋਕ 14 ਕੀ ਵਿਖੈ ਲੋਕ 14 ਕੇ ਵਿਖੈ, ਜੋ 14 ਲੋਕ ਨੇ ਉਹਨਾਂ ਵਿੱਚ ਜਗ ਜਾਪ ਹੀ ਜਿਹ ਜਾਪ 14 ਲੋਕਾਂ ਵਿੱਚ ਜਿਸ ਦਾ ਜਾਪ ਜਪਦੇ ਹਨ, ਸਾਰਾ ਜਗ ਹੀ ਜਿਸ ਦਾ ਜਾਪ ਜਪਦਾ ਹੈ। ਆਦਿ ਦੇਵ ਅਨਾਦ ਮੂਰਤ ਦੇਵ ਪ੍ਰਕਾਸ਼ ਰੂਪ ਪੂਜਨੀਕ ਹੈ, ਆਦ ਸਭ ਦਾ ਆਦ ਹੈ, ਅਨਾਦ ਉਸ ਦਾ ਕੋਈ ਆਦ ਨਹੀਂ ਹੈ, ਆਦ ਤੋਂ ਰਹਿਤ ਹੈ। ਮੂਰਤ ਜਿਸ ਦਾ ਐਸਾ ਸਰੂਪ ਹੈ, ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ, ਕੌਣ ਕਹੈ ਤੂੰ ਕਦ ਕਾ। ਥਾਪਿਉ ਸਭੈ ਜਿਹ ਥਾਪ ਜਿਸ ਨੇ ਸਾਰੀਆਂ ਥਾਪਣਾ ਤਾਈਂ ਥਾਪਿਆ ਹੈ, ਹਰਨ ਭਰਨ ਜਾ ਕਾ ਨੇਤਰ ਫੋਰ। ਚਾਰੇ ਖਾਣੀਆਂ ਦੀ ਰਾਜਸੀ ਤਾਮਸੀ ਸਾਂਦਕੀ ਸੁਭਾਵਾਂ ਵਾਲੀ ਭੇਦਾਂ ਵਾਲੀ ਸ੍ਰਿਸ਼ਟੀ ਰਚੀ ਹੈ। ਚਾਰੇ ਖਾਣੀਆਂ ਚੋਹ ਜੁਗਾਂ ਦੀ ਰਚਨਾ ਰਚੀ ਹੈ। ਪਰਮ ਰੂਪ ਪਨੀਤ ਮੂਰਤ ਪਰਮ ਵੱਡਾ ਵੱਡਾ ਸਰੂਪ ਹੈ, ਪਰਮ ਰੂਪ ਵੱਡਾ ਸਰੂਪ ਹੈ, ਪੁਨੀਤ ਮੂਰਤ ਪਵਿੱਤਰ ਸਰੂਪ ਹੈ। ਪੂਰਨ ਪੁਰਖ ਅਪਾਰ ਪੂਰਨ ਹੈ, ਪਾਪ ਪੁੰਨ ਤੋਂ ਨਿਰਲੇਪ, ਪੂਰਨ ਵਿਆਪਕ ਪੁਰਖ ਹੈ, ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਪਰੇ ਹੈ। ਸਰਬ ਵਿਸ਼ਵ ਰਚਿਓ ਸਯੰਭਵ ਸਾਰਾ ਜਗਤ ਆਪ ਜੀ ਨੇ ਰਚਿਆ ਹੈ ਤੇ ਆਪ ਸਵਯੰਭਵ। ਆਪਾਂ ਮੂਲ ਮੰਤਰ ਵਿੱਚ ਸੈਭੰ ਪੜ੍ਹਦੇ ਹਾਂ ਨਾ, ਸਵਯੰਭਵ। ਆਪ ਜੀ ਸੁਤੇ ਪ੍ਰਕਾਸ਼ ਸਰੂਪ ਹੈ, ਸੈਭੰ ਪ੍ਰਕਾਸ਼ ਸਰੂਪ ਹੋ। ਆਪ ਜੀ ਸੈਭੰ ਅਨੁਭਵ ਸਰੂਪ ਹੋ। ਉਪਾਦਾਨ ਕਾਰਨ ਤੇ ਅਭਿੰਨ ਨਿਮਿਤ ਕਾਰਨ ਵੀ ਆਪ ਹੋ। ਸਭ ਨੂੰ ਸਵਯੰਭਵ ਆਪ ਹੀ ਪ੍ਰਕਾਸ਼ਣ ਵਾਲੇ ਹੋ। ਜਿਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਪਿਤਾ ਕਾਰਨ ਰੂਪ ਹੈ, ਮਾਂ ਕੀ ਰਕਤ ਪਿਤਾ ਬਿੰਦ ਧਾਰਾ। ਪਿਤਾ ਦੀ ਬਿੰਦ ਤੋਂ ਪਿਤਾ ਦੀ ਬਿੰਦ ਕਾਰਨ ਬਣੀ ਤੇ ਮਾਂ ਜੋ ਹੈ ਮਾਂ ਕੀ ਰਗਤ। ਫਿਰ ਬੱਚੇ ਦਾ ਜਦੋਂ ਸੰਬੰਧ ਬਣਿਆ, ਬੱਚੇ ਦਾ ਜਨਮ ਹੋਇਆ ਤੇ ਬੱਚਾ ਕਾਰਜ ਰੂਪ ਬਣਿਆ। ਐਸੇ ਤਰ੍ਹਾਂ ਸੱਚੇ ਪਾਤਸ਼ਾਹ ਜੀਓ, ਉਪਾਦਾਨ ਕਾਰਨ ਵੀ ਆਪ ਹੋ, ਅਭਿੰਨ ਨਿਮਿਤ ਕਾਰਨ ਵੀ ਆਪ ਹੋ। ਆਪ ਹੀ ਪੈਦਾ ਕਰਨ ਵਾਲੇ ਹੋ, ਆਪ ਹੀ ਬਣਾਉਣ ਵਾਲੇ ਹੋ। ਆਪ ਤੋਂ ਬਿਨਾਂ ਹੋਰ ਕੋਈ ਨਹੀਂ ਕਰ ਸਕਦਾ। ਆਪ ਹੀ ਸਭ ਕੁਝ ਹੋ, ਸਾਰਿਆਂ ਨੂੰ ਪ੍ਰਕਾਸ਼ਣ ਵਾਲੇ, ਸਾਰਿਆਂ ਨੂੰ ਚੇਤਨ ਸੱਤਾ ਦੇਣ ਵਾਲੇ ਆਪ ਹੋ। ਗੜਨ ਭੰਜਨਹਾਰ ਗੜਨ ਕਹਿੰਦੇ ਨੇ ਘੜਨੇ ਨੂੰ, ਸ੍ਰਿਸ਼ਟੀ ਘੜਨ ਵਾਲਾ ਤੇ ਭੰਜਨਹਾਰ, ਜੋ ਨਾਸ਼ ਕਰਨ ਵਾਲਾ ਹੈ। ਸੱਚੇ ਪਾਤਸ਼ਾਹ ਜੀਓ ਤੁਸੀਂ ਹੋ। ਕਾਲਹੀਨ ਕਲਾ ਸੰਯੁਗਤ ਕਾਲ ਕਾਲ ਤੋਂ ਰਹਿਤ ਹੈ, ਕਾਲਹੀਨ ਹੀਨ ਤੋਂ ਭਾਵ ਰਹਿਤ ਹੈ, ਕਲਾ ਸੰਯੁਗਤ ਸ਼ਕਤੀਆਂ ਦੇ ਸਹਿਤ ਹੈ। ਹਰਨ ਭਰਨ ਜਾ ਕਾ ਨੇਤਰ, ਹੋਰ ਕੀ ਨਹੀਂ ਪਰਮਾਤਮਾ ਕਰ ਸਕਦਾ। ਪਲਾਂ ਵਿੱਚ ਸ੍ਰਿਸ਼ਟੀ ਨੂੰ ਢਾਹ ਸਕਦਾ ਹੈ, ਸਾਜ ਸਕਦਾ ਹੈ। ਸੰਯੁਕਤ ਸਹਿਤ ਹੈ ਸ਼ਕਤੀਆਂ ਦੇ, ਸਾਰੇ ਰਿੱਧੀਆਂ ਸਿੱਧੀਆਂ ਦੇ ਮਾਲਕ ਹੋ। ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਿਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਸਾਰਿਆਂ ਨੂੰ ਸ਼ਕਤੀਆਂ ਦੇਣ ਵਾਲੇ ਵੀ ਤੁਸੀਂ ਹੋ। ਐਸਾ ਪ੍ਰਮਾਤਮਾ ਹੈ। ਅਕਾਲ ਪੁਰਖ ਆਦੇਸ ਅਕਾਲ ਜੋ ਕਾਲ ਤੋਂ ਰਹਿਤ ਹੈ, ਪੁਰਖ ਪੂਰਨ ਹੈ, ਪੁਰਖ ਪੁਰੀਆਂ ਦੀ ਰੱਖਿਆ ਕਰਨ ਵਾਲਾ ਹੈ। ਅਕਾਲ ਪੁਰਖ ਆਦੇਸ ਦੇਸ਼ਾਂ ਤੋਂ ਰਹਿਤ ਹੈ, ਅੰਗਾਂ ਤੋਂ ਰਹਿਤ ਹੈ, ਹਿਰਦਿਆਂ ਵਿੱਚ ਆਇਆ ਹੋਇਆ ਹੈ। ਧਰਮ ਧਾਮ ਸੋ ਭਰਮ ਰਹਿਤ ਧਰਮ ਦਾ ਧਾਮ ਕਹਿੰਦੇ ਨੇ ਘਰ ਨੂੰ, ਧਰਮ ਦਾ ਆਪ ਜੀ ਘਰ ਹੋ, ਜਾਂ ਧਰਮ ਦੀ ਰੱਖਿਆ ਕਰਨ ਵਾਲੇ ਆਪ ਹੋ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਧਰਮ ਦੀ ਰੱਖਿਆ ਕੀਤੀ। ਜਦੋਂ ਕਸ਼ਮੀਰੀ ਪੰਡਤ ਆਏ, ਆ ਕੇ ਕਿਹਾ ਕਿ ਔਰੰਗਜ਼ੇਬ ਸਾਡੇ ਜਨੇਊ ਲਾ ਰਿਹਾ ਹੈ, ਮੰਦਰ ਢਾਹ ਕੇ ਮਸੀਤਾਂ ਉਚਾਰ ਰਿਹਾ ਹੈ, ਸਾਡੀ ਰੱਖਿਆ ਕਰਨੀ ਕਰੋ। ਆਪ ਜੀ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮਹਿ ਸਾਕਾ। ਆਪ ਜੀ ਨੇ ਫਿਰ
ਧਰਮ ਦੇ ਲਈ ਆਪਣਾ ਸੀਸ ਦਾ ਬਲਿਦਾਨ ਵੀ ਦਿੱਤਾ ਹੈ। ਆਪ ਜੀ ਧਰਮ ਦੀ ਰੱਖਿਆ ਕਰਨ ਵਾਲੇ ਹੋ। ਐਸੇ ਪਰਮਾਤਮਾ ਹੋ ਸੋ ਭਰਮ ਰਹਿਤ ਭਰਮ ਤੋਂ ਰਹਿਤ ਹੈ। ਭਲੀ ਪ੍ਰਕਾਰ ਅਭੂਤ ਅਲਖ ਅਭੇਸ ਅਭੂਤ ਭੂ ਕਹਿੰਦੇ ਨੇ ਧਰਤੀ ਨੂੰ, ਅਭੂਤ ਭੂਤ ਕਹਿੰਦੇ ਨੇ ਪੰਜਾਂ ਤੱਤਾਂ ਦਾ ਆਪ ਜੀ ਕਾਰਨ ਨਹੀਂ। ਜਿਵੇਂ ਪੰਜਾਂ ਤੱਤਾਂ ਤੋਂ ਸਰੀਰ ਦਾ ਨਿਰਮਾਣ ਹੋਇਆ ਹੈ, ਜਿਵੇਂ ਆਪਾਂ ਜੀਵ ਹਨ, ਆਪ ਜੀ ਐਸੇ ਨਹੀਂ ਹੋ। ਇਹਨਾਂ ਤੋਂ ਆਪ ਜੀ ਰਹਿਤ ਹੋ। ਅਭੂਤ ਅਸਚਰਜ ਰੂਪ ਹੋ। ਅਲਖ ਲਖਣ ਤੋਂ ਆਪ ਜੀ ਰਹਿਤ ਹੋ। ਆਪ ਜੀ ਨੂੰ ਕੋਈ ਜਾਣ ਨਹੀਂ ਸਕਦਾ। ਅਸ਼ੁੱਧ ਮਨ ਕਰਕੇ ਕੋਈ ਜਾਣ ਨਹੀਂ ਸਕਦਾ। ਅਭੂਤ ਆਪ ਜੀ ਭੈ ਤੋਂ ਰਹਿਤ ਹੋ। ਅਭੇਸ ਭੇਖਾਂ ਤੋਂ ਰਹਿਤ ਹੋ। ਅੰਗ ਰਾਗ ਨਾ ਰੰਗ ਜਾ ਕਹੈ ਜਿਸ ਦਾ ਅੰਗ ਆਦ ਕੋਈ ਚਿੰਨ੍ਹ ਨਹੀਂ ਹੈ। ਜਿਸ ਦੇ ਅੰਗ ਅੱਗੇ ਰਾਗ, ਨਾ ਕੋਈ ਰਾਗ ਨਾ ਮੋਹ ਹੈ, ਨਾ ਰੰਗ ਕੋਈ ਪੀਲਾ ਨੀਲਾ ਰੰਗ ਵੀ ਨਹੀਂ ਹੈ। ਜਾ ਕਹਿ ਜਿਸ ਦਾ ਨਾਰ ਨਾ ਪੁਰਖ ਨਾ ਪੰਖ ਨੂੰ ਸਾਚੋ ਚਤਰ ਸਰੂਪ। ਨਾ ਉਹ ਪੁਰਖ ਹੈ ਨਾ ਉਹ ਨਾਰੀ ਹੈ। ਉਸ ਦਾ ਇਸ ਤਰ੍ਹਾਂ ਕੋਈ ਅੰਗ ਦਾ ਕੋਈ ਚਿੰਨ੍ਹ ਨਹੀਂ ਹੈ। ਜਾਤ ਪਾਤ ਨਾ ਨਾਮ ਜਾਤ ਕਹਿੰਦੇ ਪੈਦਾ ਨਹੀਂ ਹੁੰਦਾ, ਪੈਦਾ ਹੋਣ ਤੋਂ ਰਹਿਤ ਹੈ। ਪਾਤ ਨਾਸ਼ ਨਹੀਂ ਹੁੰਦਾ। ਨਾ ਨਾਮ, ਨਾ ਉਸ ਦਾ ਕੋਈ ਨਾਮ ਹੈ। ਗਰਭ ਗੰਜਨ ਦੁਸ਼ਟ ਭੰਜਨ ਗਰਭ ਕਹਿੰਦੇ ਨੇ ਹੰਕਾਰ ਨੂੰ, ਗੰਜਨ ਨਿਵਰਤੀ ਕਰਨੀ, ਹੰਕਾਰ ਨੂੰ ਨਿਵਰਤ ਕਰਨ ਵਾਲਾ ਗਰਭ ਪ੍ਰਹਾਰੀ ਹੈ। ਬ੍ਰਹਮੈ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਪਤ ਪੜੀ ਪਛਤਾਨਿਆ। ਦੁਸ਼ਟ ਭੰਜਨ ਹਰਨਾਕਸ਼ ਰਾਵਣ ਕੰਸ ਔਰੰਗੇ ਆਦਿ ਨੂੰ ਨਾਸ਼ ਕਰਨ ਵਾਲੇ ਹੋ। ਬੈਰੀਆਂ ਨੂੰ, ਦੁਸ਼ਟਾਂ ਨੂੰ ਮੁਕਤਦਾਇਕ ਕਾਮ ਮੁਕਤਦਾਇਕ ਕਾਮ, ਧਰਮ ਅਰਥ ਕਾਮ ਮੋਖ ਤੇ ਕੇਵਲ ਮੁਕਤੀ ਦੇਣ ਵਾਲੇ ਆਪ ਹੋ। ਆਪ ਰੂਪ ਅਮੀਕ ਅਨ ਉਸਤਤ ਆਪ ਰੂਪ ਸਾਰਿਆਂ ਦਾ ਆਪਣਾ ਆਪ ਰੂਪ ਹੋ। ਪੰਜਾਂ ਕੋਸ਼ਾਂ ਦਾ ਪਰਾ ਰੂਪ ਆਪਣਾ ਆਪ ਸਰੂਪ ਹੋ। ਜੋ ਪੰਜ ਕੋਸ਼ ਨੇ ਨਾ, ਇੱਕ ਅਨਮੈ ਕੋਸ਼ ਹੈ, ਇੱਕ ਮਨੋਮੈ ਕੋਸ਼ ਹੈ, ਵਿਗਿਆਨਮੈ ਕੋਸ਼ ਹੈ, ਆਨੰਦਮੈ ਕੋਸ਼ ਹੈ। ਇਸ ਤਰ੍ਹਾਂ ਪੰਜ ਕੋਸ਼ ਨੇ। ਅੰਨਮੈ ਕੋਸ਼ ਹੁੰਦਾ ਹੈ ਕਿ ਅੰਨ ਦੇ ਸਹਾਰੇ ਹੀ ਜੀਂਦੇ ਰਹਿਣਾ। ਮਨੋਮੈ ਕੋਸ਼ ਹੁੰਦਾ ਹੈ ਜਿਹਦੇ ਵਿੱਚ ਪੰਜੇ ਗਿਆਨ ਇੰਦਰੇ ਤੇ ਮਨ ਹੁੰਦਾ ਹੈ, ਉਹਨੂੰ ਮਨੋਮੈ ਕੋਸ਼ ਕਹਿੰਦੇ ਨੇ। ਇਸੇ ਤਰ੍ਹਾਂ ਵਿਗਿਆਨਮੈ ਕੋਸ਼ ਹੁੰਦਾ ਹੈ ਤੇ ਆਨੰਦਮੈ ਕੋਸ਼ ਹੁੰਦਾ ਹੈ। ਜੋ ਪੰਜ ਕੋਸ਼ ਨੇ ਸੱਚੇ ਪਾਤਸ਼ਾਹ ਜੀ, ਉਹ ਆਪ ਜੀ ਇਹਨਾਂ ਤੋਂ ਪਰੇ ਹੋ। ਨਾ ਆਪ ਜੀ ਦੇ ਕੋਈ ਪੰਜ ਗਿਆਨ ਇੰਦਰੇ, ਨਾ ਕਰਮ ਆਪ ਨੂੰ ਕਰਨੇ ਪੈਂਦੇ ਨੇ, ਨਾ ਆਪ ਅੰਨ ਦੇ ਸਹਾਰੇ ਰਹਿੰਦੇ ਹੋ। ਆਪ ਜੀ ਇਹਨਾਂ ਤੋਂ ਪਰੇ ਹੋ। ਏਕ ਪੁਰਖ ਅਵਧੂਤ ਅਮੀਕ ਅਨ ਉਸਤਤ, ਅਮੀਕ ਕਹਿੰਦੇ ਨੇ ਡੂੰਘਾ। ਇੱਕੋ ਇੱਕ ਤੁਸੀਂ ਹੈ, ਮਿਲਿਆ ਹੋਇਆ ਹੈ ਸਾਰਿਆਂ ਵਿੱਚ। ਅਨ ਉਸਤਤ, ਉਸਤਤ ਤੋਂ ਰਹਿਤ ਹੋ। ਏਕ ਪੁਰਖ ਅਵਧੂਤ ਅਵਧੂਤ ਸੁੱਧ ਸਰੂਪ ਇੱਕ ਹੋ। ਆਪ ਜੀ ਪੂਰਨ ਹੋ। ਏਕ ਪੁਰਖ ਆਪ ਜੀ ਇੱਕ ਪੂਰਨ ਸੁੱਧ ਸਰੂਪ ਹੋ, ਪਵਿੱਤਰ ਹੋ। ਧੂਤ ਕਹਿੰਦੇ ਨੇ ਮੂਰਖਤਾਈ, ਆਪ ਜੀ ਮੂਰਖਤਾਈ ਤੋਂ ਰਹਿਤ ਹੋ। ਗਰਭ ਗੰਜਨ ਸਰਬ ਭੰਜਨ ਗਰਭ ਹੰਕਾਰ ਨੂੰ ਨਿਵਰਤ ਕਰਦੇ ਹੋ। ਸਾਰਿਆਂ ਨੂੰ ਭੰਨਣ ਵਾਲੇ ਹੋ, ਕੱਟਣ ਵਾਲੇ ਹੋ, ਨਾਸ਼ ਕਰਨ ਵਾਲੇ ਹੋ। ਆਦ ਰੂਪ ਅਸੂਤ ਆਦ ਰੂਪ, ਆਦ ਤੋਂ ਹੀ ਆਪ ਜੀ ਦਾ ਰੂਪ ਹੈ। ਆਪ ਜੀ ਆਦ ਸੱਚ ਹੋ। ਆਦਿ ਆਪ ਜੀ ਅਨਾਦਿ ਹੋ। ਆਦ ਰੂਪ ਅਸੂਤ, ਸੂਤ ਕਹਿੰਦੇ ਨੇ ਆਪ ਜੀ ਕਿਸੇ ਦਾ ਪੁੱਤਰ ਨਹੀਂ ਹੋ। ਕਹਿੰਦੇ ਤੂੰ ਕਿਸ ਦਾ ਸੁੱਤ ਹੈ। ਆਪ ਜੀ ਕਿਸੇ ਦੇ ਪੁੱਤਰ ਨਹੀਂ ਹੋ। ਸੂਤ, ਸੂਤ ਕਹਿੰਦੇ ਨੇ ਮਰਿਆਦਾ ਨੂੰ। ਸਭ ਮਰਿਆਦਾ ਵਿੱਚ ਆਇਆ ਹੋਇਆ ਹੈ। ਸੂਤ ਵੱਤ ਸਭ ਵਿੱਚ ਮਿਲਿਆ ਹੋਇਆ ਹੈ। ਹਿੰਦੂ ਮੁਸਲਿਮ ਮਰਿਆਦਾ ਤੋਂ ਆਪ ਜੀ ਰਹਿਤ ਹੋ। ਤੇ ਵਕਾਰਾਂ ਕਰਕੇ ਸੂਤਿਆ ਭਾਵ ਖਿੱਚਿਆ ਨਹੀਂ ਜਾਂਦਾ। ਅੰਗਹੀਨ ਅਭੰਗ ਅਨਾਤਮ ਆਪ ਜੀ ਦਾ ਕੋਈ ਅੰਗ ਨਹੀਂ ਹੈ। ਅਭੰਗ ਅਨਾਤਮ, ਅਨਾਤਮ ਕਹਿੰਦੇ ਨੇ ਸਰੀਰਾਂ ਦੇ ਅਭੰਗ ਭੰਨਣ ਤੋਂ ਆਪ ਜੀ ਰਹਿਤ ਹੋ। ਸਰੀਰਾਂ ਦੇ ਨਾਸ ਹੋਇਆ ਆਪ ਜੀ ਨਾਸ ਨਹੀਂ ਹੁੰਦੇ। ਏਕ ਪੁਰਖ ਅਪਾਰ ਅਭੰਗ ਕਹਿੰਦੇ ਨੇ ਅਨੁਤੰਤਰ, ਆਪ ਸਭ ਦਾ ਆਤਮਾ ਹੋ। ਏਕ ਪੁਰਖ
ਇੱਕ ਪੁਰਖ ਇੱਕ ਹੈ ਪੂਰਨ ਹੋ ਆਪ ਜੀ। ਅਪਾਰ ਅਪਾਰ ਪਾਰਾਵਾਰ ਤੋਂ ਰਹਿਤ ਹੋ ਪ੍ਰਕਿਰਤੀ ਦੇ। ਸਰਬ ਲਾਇਕ ਸਰਬ ਕਾਇਕ ਆਪ ਜੀ ਸਾਰਿਆਂ ਨੂੰ ਲਾਇਕ ਬਣਾਉਣ ਵਾਲੇ ਹੋ। ਆਪ ਜੀ ਸਾਰਿਆਂ ਨੂੰ ਲੈ ਕਰਨ ਵਾਲੇ ਹੋ, ਨਾਸ਼ ਕਰਨ ਵਾਲੇ ਹੋ। ਸਰਬ ਘਾਇਕ ਸਭ ਨੂੰ ਘੱਲਣ ਵਾਲਾ ਹੈ। ਸਰਬ ਕੋ ਪ੍ਰਤਪਾਰ ਸਾਰਿਆਂ ਦੇ ਪ੍ਰਿਤਪਾਰ। ਇੱਕ ਇੱਥੇ ਪੱਪੇ ਦੇ ਪੈਰ 'ਚ ਰਾਰਾ ਅਤੇ ਸਿਹਾਰੀ, ਇੱਥੇ ਪ੍ਰਿਤਪਾਰ ਪਾਠ ਹੁੰਦਾ ਹੈ। ਬਾਕੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਤਪਾਲ, ਪੱਪੇ ਦੇ ਪੈਰ 'ਚ ਰਾਰਾ, ਤੱਤੇ ਨੂੰ ਸਿਹਾਰੀ, ਪੱਪੇ ਨੂੰ ਕੰਨਾ ਲੱਲਾ, ਪ੍ਰਤਪਾਲ ਪਾਠ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਤੁਮ ਦਾਤੇ ਠਾਕੁਰ ਜੋ ਪ੍ਰਤਪਾਲ ਪਾਠ ਹੁੰਦਾ ਹੈ ਨਾ। ਕਈ ਪਾਠੀ ਸਿੰਘ ਵੀ ਇਹਨੂੰ, ਕਈ ਬਾਣੀ ਪੜ੍ਹਨ ਵਾਲੇ ਵੀ ਪ੍ਰਿਤਪਾਲ ਉਚਾਰਨ ਕਰੀ ਜਾਂਦੇ ਨੇ। ਇਹ ਪ੍ਰਿਤਪਾਲ ਪਾਠ ਇੱਥੇ ਜਾਪ ਸਾਹਿਬ ਦੀ ਬਾਣੀ 'ਚ ਆਇਆ ਹੈ। ਬਾਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿੱਥੇ ਪ੍ਰਤਪਾਲ, ਉੱਥੇ ਤਕਰੀਬਨ ਸਾਰੇ ਹੀ ਪੱਪੇ ਨੂੰ ਸਿਹਾਰੀ ਤੋਂ ਰਹਿਤ ਹੀ ਪਾਠ ਆਉਂਦਾ ਹੈ। ਤੱਤੇ ਨੂੰ ਸਿਹਾਰੀ ਹੁੰਦੀ ਹੈ ਪ੍ਰਤਪਾਲ। ਆਪ ਜੀ ਸਾਰਿਆਂ ਦੇ ਪ੍ਰਤ, ਸਾਰਿਆਂ ਦੇ ਤਾਈ ਪਾਲਣਾ ਕਰਨ ਵਾਲੇ ਹੋ। ਸਰਬ ਗੰਤਾ ਸਰਬ ਹੰਤਾ ਗੰਤਾ ਕਹਿੰਦੇ ਨੇ ਗਤੀ ਨੂੰ, ਸਾਰਿਆਂ ਦੀ ਕਲਿਆਣ ਕਰਨ ਵਾਲੇ ਹੋ। ਸਾਰਿਆਂ ਵਿੱਚ ਆਪ ਜੀ ਦੀ ਗਮਤਾ ਹੈ, ਗਮਤਾ ਕਰਨ ਵਾਲੇ ਹੋ। ਆਪ ਜੀ ਗੰਤਾ ਕਹਿੰਦੇ ਨੇ ਗਿਆਤ ਵਾਲਾ ਹੈ। ਸਰਬ ਹੰਤਾ ਸਾਰਿਆਂ ਦਾ ਨਾਸ਼ਕ ਹੈ। ਸਰਬ ਤੇ ਅਨਭੇਖ ਸਰਬ ਤੇ ਅਨਭੇਖ ਸਾਰਿਆਂ ਭੇਖਾਂ ਤੋਂ ਆਪ ਜੀ ਰਹਿਤ ਹੋ। ਸਰਬ ਸ਼ਾਸਤਰ ਨਾ ਜਾਣਹੀ ਜਿੰਨੇ ਵੀ 6 ਸ਼ਾਸਤਰ ਨੇ, 4 ਵੇਦ ਨੇ, 18 ਪੁਰਾਣ ਨੇ, 27 ਸਮ੍ਰਿਤੀਆਂ ਨੇ, ਸ਼ਕਤੀ ਬਿਰਤੀ ਕਰਕੇ ਨਹੀਂ ਜਾਣ ਸਕਦੇ। ਜਿਹ ਰੂਪ ਰੰਗ ਅਰ ਭੇਖ ਜਿਹ ਰੂਪ ਰੰਗ ਅਰ ਭੇਖ, ਆਪਣੀਆਂ ਸ਼ਕਤੀਆਂ ਬਿਰਤੀਆਂ ਕਰਕੇ ਨਾ ਉਹਦਾ ਰੂਪ, ਨਾ ਰੰਗ, ਨਾ ਭੇਖ ਜਾਣ ਸਕਦੇ ਨੇ, ਨਾ ਰੇਖ। ਜਿਹ ਰੂਪ ਰੰਗ ਅਰ ਰੇਖ, ਜਿਵੇਂ ਹੱਥਾਂ ਦੀਆਂ ਰੇਖਾਵਾਂ, ਪੈਰਾਂ ਦੀਆਂ ਰੇਖਾਵਾਂ ਹੁੰਦੀਆਂ ਨੇ, ਆਪ ਜੀ ਦਾ ਦਿਸਦਾ, ਜਿਹੇ ਕਹਿੰਦੇ ਨੇ ਦਿਸਦਾ, ਨਾ ਕੋਈ ਰੂਪ ਹੈ, ਨਾ ਰੰਗ ਹੈ, ਨਾ ਕੋਈ ਰੇਖ ਹੈ। ਜਿਹ ਰੂਪ ਰੰਗ ਅਰ ਰੇਖ, ਸ਼ਕਤੀਆਂ ਬਿਰਤੀਆਂ ਕਰਕੇ ਸ਼ਾਸਤਰ ਇਹ ਜਾਣ ਨਹੀਂ ਸਕਦੇ। ਪਰਮ ਵੇਦ ਪੁਰਾਨ ਜਾ ਕਹਿ ਪਰਮ ਕਹਿੰਦੇ ਨੇ ਵੱਡਾ, ਵੇਦ ਪੁਰਾਨ ਜਾ ਕਹਿ, ਜਿਹੜੇ ਵੇਦ ਪੁਰਾਣ ਆਦਿਕ। ਨੇਤ ਭਾਖਤ ਨਿਤ ਨੇਤ ਭਾਖਤ ਨਿਤ, ਜਿਹੜੇ ਵੇਦਕ ਤੇ ਕਤੇਬ ਨੇ, ਵੇਦ ਤੇ ਪੁਰਾਣ ਨੇ, ਨੇਤ ਭਾਖਤ ਨਿਤ, ਨਿਤ ਹੀ ਨੇਤ। ਨੇਤ ਆਪ ਜੀ ਨੂੰ ਕਹਿੰਦੇ ਹਨ। ਨੇਤ ਆਪ ਜੀ ਨਿਤ ਸਰੂਪ ਹੋ। ਕੋਟ ਸਿਮਰਤ ਪ੍ਰਾਨ ਸ਼ਾਸਤਰ ਨਾ ਆਵਹੀ ਬਹੁ ਚਿੱਤ, ਕੋਟ ਸਿਮਰਤ ਪੁਰਾਨ ਸ਼ਾਸਤਰ ਨਾ ਆਵਹੀ ਬਹੁ ਚਿੱਤ। ਭਾਖਦੇ ਤਾਂ ਹਨ, ਕਹਿੰਦੇ ਤਾਂ ਹਨ, ਪਰ ਕਰੋੜਾਂ ਸਿਮਰਤੀਆਂ ਤੇ ਪੁਰਾਨਾਂ ਤੇ ਸ਼ਾਸਤਰਾਂ ਦੇ ਵਹੁ ਪਰਮੇਸ਼ਰ ਸ਼ਕਤੀ ਬਿਰਤੀ ਕਰਕੇ ਚਿੰਤਨ ਵਿੱਚ ਨਹੀਂ ਆਉਂਦਾ। ਭਾਵੇਂ ਜਿੰਨਾ ਮਰਜ਼ੀ ਕਰੀ ਜਾਓ, ਕਰੋੜਾਂ ਸਿਮਰਤੀਆਂ ਪੁਰਾਨਾਂ ਦੇ ਸਰੂਪ ਹੋ, ਸ਼ਕਤੀ ਬਿਰਤੀ ਕਰਕੇ ਉਸਦੇ ਸਰੂਪ ਨੂੰ ਨਹੀਂ ਜਾਣ ਸਕਦੇ। ਜਿਹੜੇ ਕਰੋੜਾਂ ਹੀ ਸਿਮਰਤੀਆਂ ਹੋਣ, ਭਾਵੇਂ ਪੁਰਾਣ ਹੋਣ, ਸ਼ਾਸਤਰ ਹੋਣ, ਪਰ ਪਰਮਾਤਮਾ ਦੀ ਸ਼ਕਤੀ ਨੂੰ ਜਾਣ ਨਹੀਂ ਸਕਦੇ। ਨਾ ਆਵਹੀ ਬਹੁ ਚਿੱਤ, ਲਖਣਾ ਬਿਰਤੀ ਕਰਕੇ ਜਿਸ ਨੂੰ ਚਤੁਰ ਸਤਿਗੁਰ ਜਣਾ ਦੇਣ, ਉਹ ਜਾਣ ਸਕਦਾ ਹੈ। ਜਿਹਨੂੰ ਮਹਾਰਾਜ ਆਪਣੀ ਸ਼ਕਤੀ ਜਣਾ ਦੇਣ ਨਾ, ਉਹੀ ਜਾਣ ਸਕਦਾ ਹੈ, ਕੋਈ ਹੋਰ ਨਹੀਂ ਜਾਣ ਸਕਦਾ। ਨਾ ਆਵਹੀ ਬਹੁ ਚਿੱਤ, ਉਹ ਚਿੱਤ ਵਿੱਚ ਨਹੀਂ ਆਉਂਦਾ। ਸ਼ਕਤੀ ਬਿਰਤੀ ਕਰਕੇ ਚਿੰਤਨ ਵਿੱਚ ਨਹੀਂ ਆਉਣਾ ਕਰਦਾ ਪਰਮਾਤਮਾ। ਮਦ ਭਰ ਛੰਦ ਤੁਐ ਪ੍ਰਸਾਦ ਹੇ ਸੱਚੇ ਪਾਤਸ਼ਾਹ ਜੀ, ਉਹ ਮਦ ਭਾਰ ਛੰਦ ਆਪ ਜੀ ਦੀ ਤੇਰੀ ਕਿਰਪਾ ਨਾਲ ਲਿਖਣ ਲੱਗਿਆ ਹਾਂ। ਜੋ ਮਦ ਭਾਰ ਛੰਦ ਹੈ ਨਾ, ਇਹ ਛੰਦ ਦੇ ਵਿਚਕਾਰ ਜੋਰ ਹੈ, ਵਿਚਾਲੇ ਭਾਰੀ ਆਵਾਜ਼ ਬੁਲਾਉਣੀ ਹੈ। ਮਦ ਭਾਰ ਛੰਦ ਇਹ 8 ਮਾਤਰਾ ਦਾ ਹੁੰਦਾ ਹੈ, ਜਿਹਦੇ ਵਿੱਚ ਪਹਿਲੇ 4 ਮਾਤਰਾ ਆਉਂਦੀਆਂ ਨੇ, ਫਿਰ ਬਾਅਦ ਵਿੱਚ ਇੱਕ ਜਗਣ ਗਣ ਆਉਂਦਾ ਹੈ। ਇਹ ਐਸਾ ਮਦ ਭਾਰ ਛੰਦ ਹੈ, ਤੇਰੀ ਕਿਰਪਾ ਨਾਲ ਲਿਖਣ ਲੱਗਾ ਹਾਂ। ਗੁਣ ਗਨ ਉਦਾਰ ਗੁਣ ਗਨ ਉਦਾਰ,
ਗਨ ਕਹਿੰਦੇ ਨੇ ਸਮੂਹ, ਸਮੂਹ ਗੁਣਾਂ ਦਾ ਆਪ ਜੀ ਉਦਾਰ ਦਾਤਾ ਹੋ। ਗੁਣ ਕਹਿੰਦੇ ਨੇ ਵਿਸ਼ਿਆਂ ਨੂੰ ਵੀ ਗੁਣ ਕਹਿੰਦੇ ਨੇ। ਸੱਚੇ ਪਾਤਸ਼ਾਹ ਜੀਓ ਗਣ ਸਮੂਹ ਗੁਣ ਵਿਸ਼ਿਆਂ ਨੂੰ ਉਦਾਰ ਦਾ ਅੱਗੇ ਊੜਾ ਵੱਖਰਾ ਕਰ ਲਿਆ। ਊ ਵਿਸ਼ੇਸ਼ ਕਰਕੇ ਦਾਰ ਦਲਣ ਵਾਲੇ ਹੋ। ਗੁਣ ਪ੍ਰੇਮਾ ਭਗਤੀ ਗਿਆਨ ਸ਼ਰਵਣ ਗਿਆਨ ਮੰਨਣ ਗਿਆਨ ਨਿਧਿਆਸਨ ਗਿਆਨ ਆਦਿ ਦੇ ਦਾਤੇ ਹੋ। ਗਿਆਨ ਦੀ ਸਮੱਗਰੀ ਦੇ 20 ਗੁਣ ਹਨ। ਪਹਿਲਾ ਆਪਣੀ ਸ਼ਲਾਘਾ ਰਹਿਤ ਹੋਣਾ, ਅਖੀਰਲਾ ਮੁਕਤੀ ਦੀ ਇੱਛਾ, ਇਹਨਾਂ ਦੇ ਆਪ ਜੀ ਦਾਤੇ ਹੋ। ਮਹਿਮਾ ਅਪਾਰ ਆਪ ਜੀ ਦੀ ਮਹਿਮਾ ਅਪਾਰ ਹੈ, ਪਾਰਾਵਾਰ ਤੋਂ ਰਹਿਤ ਹੈ ਤੇਰੀ ਉਸਤਤ। ਵਿਅਕਤੀ ਕਿਰਿਆ ਸੰਬੰਧ ਜਾਤ ਗੁਣ ਕਰਕੇ ਕਿਹਾ ਨਹੀਂ ਜਾ ਸਕਦਾ। ਪੌਣ ਉਪਾਏ ਧਰੀ ਸਭ ਧਰਤੀ ਜਲ ਅਗਨੀ ਕਾ ਬੰਧ ਕੀਆ। ਜਿਵੇਂ ਗੁਰਬਾਣੀ ਵਿੱਚ ਆਂਦਾ ਹੈ ਨਾ, ਕਾਲੀ ਨੱਥ ਕਿਆ ਵੱਡਾ ਭਇਆ। ਕਦੇ ਪਰਮਾਤਮਾ ਨੇ ਸਾਰੇ ਜਨਤਾ ਨੂੰ ਪੈਦਾ ਕਰਕੇ ਜਿਹੜੀ ਜੁਗਤੀ ਹੈ ਆਪਣੇ ਹੱਥ ਵਿੱਚ ਰੱਖੀ ਹੈ, ਜੋ ਪਾਲਣ ਦੀ ਜੁਗਤੀ ਆਪਣੇ ਹੱਥ ਵਿੱਚ ਪਰਮਾਤਮਾ ਨੇ ਰੱਖੀ ਹੈ। ਕਾਲੀ ਨੱਥ ਕਿਆ ਵੱਡਾ ਭਇਆ। ਅਸੀਂ ਉਹ ਕਾਲੀ ਇੱਕ ਨਾਗ ਜੋ ਸੀ, ਜੋ ਕ੍ਰਿਸ਼ਨ ਜੀ ਨੇ ਵਸ ਵਿੱਚ ਕੀਤਾ ਸੀ, ਉਹ ਜਮਨਾ ਵਿੱਚ ਜੋ ਕਾਲੀ ਨਾਗ ਰਹਿੰਦਾ ਸੀ, ਜਿਹੜਾ ਵੀ ਮਨੁੱਖ ਕੋਈ ਪਾਣੀ ਪੀਣ ਆਵੇ, ਕੋਈ ਪੰਛੀ ਪਾਣੀ ਪਸ਼ੂ ਪਾਣੀ ਪੀਣ ਆਵੇ ਤਾਂ ਉਸ ਨੂੰ ਖਾ ਲੈਂਦਾ ਸੀ। ਜ਼ਹਿਰ ਦੇ ਕੇ ਮਾਰ ਦਿੰਦਾ ਸੀ ਡੰਗ ਕੇ ਉਸ ਨੂੰ। ਜਦੋਂ ਕ੍ਰਿਸ਼ਨ ਜੀ ਨੂੰ ਪਤਾ ਲੱਗਾ ਤਾਂ ਕ੍ਰਿਸ਼ਨ ਜੀ ਇੱਕ ਰੁੱਖ 'ਤੇ ਚੜ੍ਹ ਗਏ। ਜਦੋਂ ਇਹਨਾਂ ਨੂੰ ਖਾਣ ਵਾਸਤੇ ਬਾਹਰ ਆਇਆ ਤਾਂ ਛਾਲ ਮਾਰ ਕੇ ਕ੍ਰਿਸ਼ਨ ਜੀ ਇਸ ਦੇ ਫਣ 'ਤੇ ਚੜ੍ਹ ਗਏ ਅਤੇ ਪੈਰਾਂ ਨਾਲ ਹੀ ਇਸ ਦੇ ਫਣ ਭੰਨ ਦਿੱਤੇ ਅਤੇ ਬਾਹਰ ਬਰੇਤੀ ਵਿੱਚ ਇਸ ਨੂੰ ਸੁੱਟਿਆ, ਕਾਲੀ ਨਾਗ ਨੂੰ। ਅਤੇ ਉਸ ਤੋਂ ਬਾਅਦ ਇਸ ਦੀਆਂ ਜੋ ਨਾਗਣੀਆਂ ਆਈਆਂ, ਉਹਨਾਂ ਨੇ ਬੇਨਤੀ ਕੀਤੀ ਕਿ ਜੀਵਨ ਦਾਨ ਬਖਸ਼ੋ। ਕ੍ਰਿਸ਼ਨ ਜੀ ਕਹਿਣ ਲੱਗੇ, ਕਹਿੰਦੇ ਤੁਸੀਂ ਇੱਥੇ ਤੇ ਪਰੇ ਇਲਾਕੇ ਵਿੱਚ ਚਲੇ ਜਾਓ, ਹੋਰ ਪਾਸੇ ਚਲੇ ਜਾਓ। ਕਹਿੰਦੇ ਜੀ ਗਰੜ ਦਾ ਸਾਨੂੰ ਖਤਰਾ ਰਹਿੰਦਾ ਹੈ। ਕਾਲੀ ਨਾਗ ਨੂੰ ਫਿਰ ਕ੍ਰਿਸ਼ਨ ਜੀ ਕਹਿਣ ਲੱਗੇ, ਜੋ ਤੇਰੇ ਸਿਰ 'ਤੇ ਤੇਰੇ ਫਣਾਂ 'ਤੇ ਮੇਰੇ ਜੋ ਪੈਰਾਂ ਦੇ ਚਰਨਾਂ ਦੇ ਚਿੰਨ੍ਹ ਨੇ, ਇਹਨੂੰ ਦੇਖ ਕੇ ਤੈਨੂੰ ਗਰੜ ਕੁਛ ਨਹੀਂ ਕਹੇਗਾ। ਭਾਵ ਕਿ ਜਿਹਨੂੰ ਨੱਥ ਪਾਈ, ਕਾਲੀ ਨਾਗ ਨੂੰ ਨੱਥ ਪਾਈ, ਇੱਦਾਂ ਦੀ ਉਪਮਾ ਕਰਕੇ ਅਸੀਂ ਕੀ ਤੇਰੀ ਉਪਮਾ ਕਰੀਏ। ਇਹ ਕੋਈ ਉਪਮਾ ਥੋੜ੍ਹੇ ਹੈ ਕਿ ਇੰਨੇ ਕੁ ਗੁਣ ਕਰਕੇ ਤੇਰੀ ਅਸੀਂ ਉਪਮਾ ਕਰਤੀ। ਤੂੰ ਤਾਂ ਮਹਿਮਾ ਅਪਾਰ, ਤੇਰੀ ਤਾਂ ਮਹਿਮਾ ਅਪਾਰ ਹੈ, ਪਾਰਾਵਾਰ ਤੋਂ ਰਹਿਤ ਹੈ। ਤੂੰ ਸਰਬੇ ਪੂਰ ਰਹਿਆ ਸਭ ਥਾਏ। ਆਸਨ ਅਭੰਗ ਆਸਨ ਅਭੰਗ ਤੇਰਾ ਸਥਿਤੀ ਰੂਪ ਆਸਨ ਵਿਘਨ ਰਹਿਤ ਹੈ। ਜਿਵੇਂ ਕ੍ਰਿਸ਼ਨ ਨੂੰ ਦਵਾਰਕਾ ਵਿੱਚ ਜਾਣਾ ਪਿਆ, ਇਸੇ ਤਰ੍ਹਾਂ ਤੈਨੂੰ ਆਪਣਾ ਆਸਲ ਬਦਲਣਾ ਨਹੀਂ ਪੈਂਦਾ। ਆਪ ਜੀ ਕਾਲ ਕਰਮ ਸ਼ਕਤੀ ਮਾਇਆ ਪ੍ਰਕਿਰਤੀ ਦੇ ਬਿਆਨ ਵਿੱਚ ਨਹੀਂ ਆਉਂਦੇ, ਰਹਿਤ ਹੋ। ਉਪਮਾ ਅਨੰਗ ਉਪਮਾ ਅਨੰਗ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਉਪਮਾ ਅਨੰਗ ਕਹਿੰਦੇ ਨੇ ਸੁੰਦਰ ਨੂੰ। ਅਨੰਗ ਅਨ ਅੰਗ, ਉਹ ਅਰਥ ਪ੍ਰਕਰਣ ਦੇ ਹਿਸਾਬ ਨਾਲ ਵੱਖਰਾ ਆਉਂਦਾ ਹੈ ਕਿ ਅੰਗ ਤੋਂ ਰਹਿਤ ਹੋ। ਇੱਥੇ ਅਨੰਗ ਦਾ ਅਰਥ ਹੈ ਸੁੰਦਰ। ਤੀਸਰੀ ਸੁੰਦਰ ਉਪਮਾ ਹੈ। ਕਾਮ ਆਦਿ ਦੀ ਉਪਮਾ ਵੀ ਨਹੀਂ ਦਿੱਤੀ ਜਾ ਸਕਦੀ। ਆਪ ਜੀ ਨੰਗ ਪੁਣੇ ਤੋਂ ਰਹਿਤ ਹੋ, ਅੰਗਾ ਤੋਂ ਰਹਿਤ ਹੋ। ਅਨਭਉ ਪ੍ਰਕਾਸ਼ ਤੇਰਾ ਭੈ ਤੋਂ ਰਹਿਤ ਪ੍ਰਕਾਸ਼ ਹੈ। ਸੂਰਜ ਦਾ ਕਾਲ ਚੱਕਰ ਦੇ ਅਧੀਨ ਹੈ ਨਾ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਪਰ ਤੇਰਾ ਜੋ ਪ੍ਰਕਾਸ਼ ਹੈ ਭੈ ਤੋਂ ਰਹਿਤ ਹੈ। ਅਨਭਉ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋ, ਤੁਸੀਂ ਪਰਤੇ ਪ੍ਰਕਾਸ਼ ਨਹੀਂ ਹੋ। ਤੁਹਾਨੂੰ ਸੂਰਜ ਤੋਂ ਪ੍ਰਕਾਸ਼ ਨਹੀਂ ਲੈਣਾ ਪੈਂਦਾ, ਚੰਦਰਮਾ ਤੋਂ ਬਿਜਲੀ ਤੋਂ ਪ੍ਰਕਾਸ਼ ਨਹੀਂ ਲੈਣਾ ਪੈਂਦਾ, ਸਗੋਂ ਇਹਨਾਂ ਨੂੰ ਵੀ ਪ੍ਰਕਾਸ਼ਮਾਨ ਕਰਨ ਵਾਲੇ ਤੁਸੀਂ ਹੋ। ਜਿਹੜੀ ਮਾਇਆ ਹੈ ਚੇਤਨ ਰੂਪ ਸੱਤਾ ਕਰਕੇ ਤ੍ਰਿਗੁਣ ਰੂਪ ਹੈ। ਤੂੰ ਐਸਾ ਨਹੀਂ ਹੈ, ਤੂੰ ਸੁਤੇ ਪ੍ਰਕਾਸ਼ ਹੈ। ਭੂਤ ਭਵਿੱਖ ਵਰਤਮਾਨ ਤੇਰੀ ਸੱਤਾ ਕਰਕੇ ਜਿਵੇਂ ਫਿਲਮ ਚੱਲਦੀ ਹੈ ਨਾ, ਇਸ ਤਰ੍ਹਾਂ ਚੱਲ ਰਹੇ ਨੇ। ਤੂੰ ਅਚਲ ਹੈ, ਤੂੰ ਸਾਰਿਆਂ ਦਾ ਪ੍ਰਕਾਸ਼ਕ ਹੈ। ਅਵਿਦਿਆ ਰਾਤ ਤੋਂ ਗਿਆਨ ਰੂਪੀ ਦਿਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਨਿਸ ਦਿਨ ਅਨਾਸ ਨਿਸ ਕਹਿੰਦੇ ਨੇ ਰਾਤ ਨੂੰ, ਦਿਨ ਕਹਿੰਦੇ ਨੇ ਦਿਨ ਨੂੰ। ਰਾਤ ਦਿਨ
ਇੱਕ ਰਾਸ ਰਹਿਣ ਵਾਲਾ ਹੈ, ਅਨਾਸ ਨਾਸ ਤੋਂ ਰਹਿਤ ਹੈ। ਆ ਜਾਨ ਬਾਹੋ ਆ ਜਾਨ ਬਾਹੋ, ਆਪ ਜੀ ਆ ਜਾਨ, ਜਾਨ ਕਹਿੰਦੇ ਨੇ ਗੋਡਿਆਂ ਤਾਈਂ ਜਿਸ ਦੀਆਂ ਬਾਹਾਂ ਹੋਣ, ਭਾਵ ਆਪ ਜੀ ਲੰਬੀਆਂ ਬਾਹਾਂ ਵਾਲੇ ਹੋ। ਅੱਜ ਕਹਿੰਦੇ ਨੇ ਬ੍ਰਹਮਾ ਨੂੰ ਆਨ ਜੋ ਇੰਦਰ, ਆਪ ਜੀ ਇਹਨਾਂ ਦੇ ਵੀ ਪ੍ਰੇਰਕ ਹੋ। ਬਾਹੋ ਕਹਿੰਦੇ ਨੇ ਪ੍ਰੇਰਕ ਨੂੰ, ਬਾਹੋ ਦਾ ਅਰਥ ਅਧੀਨ ਵੀ ਹੋਇਆ ਕਰਦਾ ਹੈ। ਆ ਜਾਨ ਬਾਹੋ, ਜਿਹੜੇ ਬ੍ਰਹਮਾ ਇੰਦਰ ਆਦਿਕ ਦੇਵਤੇ ਨੇ ਇਹ ਤੇਰੇ ਅਧੀਨ ਨੇ, ਤੁਸੀਂ ਇਹਨਾਂ ਦੇ ਪ੍ਰੇਰਕ ਹੋ। ਸਾਹਾਨ ਸਾਹੋ ਸ਼ਾਹਾਂ ਦਾ ਵੀ ਸ਼ਾਹ ਹੈ, ਸ਼ਾਹੂਕਾਰਾਂ ਦਾ ਵੀ ਸ਼ਾਹ ਹੈ। ਕੁਬੇਰ ਇੰਦਰ ਵਿਸ਼ਨੂੰ ਆਦਿਕ ਦੇ ਸਰੂਪ ਹੋ। ਆਪ ਜੀ ਉਹਨਾਂ ਤੋਂ ਕੰਮ ਕਰਾਈ ਜਾਂਦੇ ਹੋ, ਉਹਨਾਂ ਵਿੱਚ ਵੀ ਹੋ, ਉਹਨਾਂ ਤੋਂ ਰਹਿਤ ਵੀ ਹੋ। ਸਾਹੋ, ਭਗਤਾਂ ਨੂੰ ਜਿਨ੍ਹਾਂ ਕੋਲ ਨਾਮ ਰੂਪੀ ਧਨ ਹੈ ਉਹਨਾਂ ਨੂੰ ਸਰੂਪ ਦੀ ਲਖਤਾ ਰੂਪ ਧਨ ਦੇਣ ਵਾਲੇ ਹੋ, ਆਪਣਾ ਸਰੂਪ ਜਣਾ ਦਿੰਦੇ ਹੋ ਉਹਨਾਂ ਨੂੰ, ਭਗਤਾਂ ਨੂੰ। ਸ਼ਾਹਾਂ ਦਾ ਵੀ ਸ਼ਾਹੂਕਾਰ ਹੈ। ਸ਼ਾਹ ਕਹਿੰਦੇ ਨੇ ਸੁਆਸਾਂ ਨੂੰ, ਆਪ ਜੀ ਸੁਵਾਸ ਦੇਵੀ ਸੁਵਾਸ ਰੂਪ ਹੋ। ਰਾਜਾਨ ਰਾਜ ਰਾਜਿਆਂ ਦਾ ਵੀ ਰਾਜਾ ਹੈ, ਰਾਜਿਆਂ ਤਾਂ ਵੀ ਰਾਜ ਪ੍ਰਕਾਸ਼ ਕਰਨ ਵਾਲੇ ਹੋ। ਆਪ ਜੀ ਦੀ ਸੋਭਾ ਪ੍ਰਕਾਸ਼ ਰਹੀ ਹੈ। ਜੋ ਪ੍ਰਜਾਪਤ ਆਦਿਕ ਦੇ ਆਪ ਜੀ ਰਾਜੇ ਹੋ। ਜੋ ਚੰਦਰਮਾ ਹੈ ਨਾ, ਜੋ ਪ੍ਰਕਾਸ਼ਕ ਹੈ, ਸਾਰਿਆਂ ਨੂੰ ਪ੍ਰਕਾਸ਼ ਦਿੰਦਾ ਹੈ, ਆਪ ਜੀ ਚੰਦਰਮਾ ਦੇ ਵੀ ਪ੍ਰਕਾਸ਼ਕ ਹੋ। ਰਾਜ ਕਹਿੰਦੇ ਨੇ ਭੇਦ ਨੂੰ, ਆਪ ਜੀ ਭੇਦਾਂ ਨੂੰ ਜਾਣਨ ਵਾਲੇ ਹੋ। ਭਾਨਾਨ ਭਾਨ ਭਾਨਾਨ ਭਾਨ, ਭਾਨ ਕਹਿੰਦੇ ਨੇ ਸੂਰਜ ਨੂੰ, ਆਪ ਜੀ ਸੂਰਜ ਦੇ ਵੀ ਪ੍ਰਕਾਸ਼ਕ ਹੋ, ਸੂਰਜ ਨੂੰ ਵੀ ਰੋਸ਼ਨੀ ਦਿੰਦੇ ਹੋ। ਪ੍ਰਤੀਤ ਕਰਾਉਣ ਵਾਲੇ ਹੋ, ਆਪ ਜੀ ਭੰਨਣ ਵਾਲੇ ਹੋ। ਭਾਨ, ਭੰਨਣ ਵਾਲੇ ਹੋ ਆਪ ਜੀ ਕਾਲ ਨੂੰ ਵੀ। ਦੇਵਾਨ ਦੇਵ ਦੇਵਤਿਆਂ ਦੇ ਦੇਵਤੇ ਹੋ, ਦੇਵ ਪ੍ਰਕਾਸ਼ਕ ਤੇ ਪ੍ਰਕਾਸ਼ਕ ਰੂਪ ਹੋ। ਆਪ ਜੀ ਪੂਜਕਾਂ ਦੇ ਪੂਜਕ ਹੋ, ਰਾਜਿਆਂ ਦੇ ਰਾਜੇ ਹੋ। ਉਪਮਾ ਮਹਾਨ ਆਪ ਜੀ ਦੀ ਉਪਮਾ ਵੱਡੀ ਤੋਂ ਵੱਡੀ ਹੈ, ਮਹਿਮਾ ਆਪ ਜੀ ਦੀ ਵੱਡੀ ਹੈ। ਇੰਦਰਾਨ ਇੰਦਰ ਇੰਦਰਾ ਨੂੰ ਵੀ ਇੰਦਰ ਪਦਵੀ ਆਪ ਜੀ ਦੇਣ ਵਾਲੇ ਹੋ, ਰਾਜਿਆਂ ਦੇ ਰਾਜੇ ਹੋ। ਇੰਦਰਾਨ ਇੰਦਰ, ਕਹੋ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ, ਕਹੋ ਇੰਦਰ ਪਦਵੀ ਛੁਪਾਏ ਸ਼ੀਨ ਲੇਤ ਹੋ। ਅਕਾਲ ਉਸਤਤ ਦੀ ਬਾਣੀ ਵਿੱਚ ਮਹਾਰਾਜ ਨੇ ਲਿਖਿਆ ਹੈ, ਕਦੇ ਕਦੇ ਤੁਸੀਂ ਇੰਦਰ ਰਾਜੇ ਨੂੰ ਪਦਵੀ, ਸਵਰਗ ਦੀ ਇੰਦਰ ਪਦਵੀ ਦੇ ਦਿੰਦੇ ਹੋ, ਅਤੇ ਕਦੇ ਇੰਦਰ ਪਦਵੀ ਛੁਪਾਏ ਸ਼ੀਨ ਲੇਤ ਹੋ, ਕਦੇ ਖੋਹ ਵੀ ਲੈਂਦੇ ਹੋ ਉਸ ਕੋਲੋਂ। ਬਾਲਾਨ ਬਾਲ ਬਾਲਾਨ, ਬਾਲਕਿਆਂ ਵਿੱਚ ਆਪ ਬਾਲ ਰੂਪ ਹੋ। ਬਾਲਾਨ ਬਾਲ, ਬਲੀਆਂ ਵਿੱਚ ਬਾਲ ਰੂਪ ਹੋ। ਬਾਲ ਕਹਿੰਦੇ ਨੇ ਵੱਡੇ ਨੂੰ, ਵੱਡਿਆਂ ਵਿੱਚ ਵੱਡੇ ਹੋ। ਰੰਕਾਨ ਰੰਕ ਗਰੀਬਾਂ ਵਿੱਚ ਗਰੀਬ ਹੋ ਕੇ ਉਸ ਤੋਂ ਵੀ ਅਧੀਨ ਆਪ ਜੀ ਭਗਤਾਂ ਦੇ ਨਾਲ ਵਰਤਦੇ ਹੋ। ਸੱਚੇ ਪਾਤਸ਼ਾਹ ਜੀ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡਿਆ ਕਿਉ ਕਿਆ ਰੀਸ। ਕਾਲਾਨ ਕਾਲ ਆਪ ਜੀ ਕਾਲ ਦਾ ਵੀ ਕਾਲ ਕਰਨ ਵਾਲੇ ਹੋ। ਅਨਭੂਤ ਅੰਗ ਅਨਭੂਤ ਅਸਚਰਜ ਰੂਪ ਹੋ, ਅੰਗ ਅੰਗ ਰੂਪ ਹੋ ਆਪ ਜੀ, ਅਨਭੂਤ ਅੰਗ। ਹੇ ਅਨਭੂਤ ਕਹਿੰਦੇ ਨੇ ਪਿਆਰੇ, ਹੇ ਪਿਆਰੇ ਪ੍ਰਮਾਤਮਾ ਤੁਸੀਂ ਅਨਭੂਤ ਅਦਭੁਤ ਹੋ। ਤੁਸੀਂ ਅੰਗ ਕਹਿੰਦੇ ਨੇ ਹਿਰਦਿਆ ਅੰਦਰ ਹੋ ਆਪ ਜੀ। ਆਬਾ ਅਭੰਗ ਆਬਾ ਅਭੰਗ, ਆਬਾ ਕਹਿੰਦੇ ਨੇ ਸੋਭਾ ਨੂੰ, ਅਭੰਗ ਸੋਭਾ ਆਪ ਦੀ ਨਾਸ ਤੋਂ ਰਹਿਤ ਹੈ, ਕਦੇ ਖਤਮ ਨਹੀਂ ਹੁੰਦੀ। ਗਤ ਮਿਤ ਅਪਾਰ ਗਤ ਕਹਿੰਦੇ ਨੇ ਪ੍ਰਾਪਤੀ ਦੀ, ਮਿਤ ਕਹਿੰਦੇ ਨੇ ਮਰਿਆਦਾ। ਸੱਚੇ ਪਾਤਸ਼ਾਹ ਜੀ ਉਹ ਆਪ ਦੀ ਗਤ ਜੋ ਪ੍ਰਾਪਤੀ ਦੀ, ਮਿਤ ਜੋ ਮਰਿਆਦਾ ਹੈ, ਪਾਰਾਵਾਰ ਤੋਂ ਰਹਿਤ ਹੈ। ਗੁਣ ਗਨ ਉਦਾਰ ਗੁਣ ਗਨ ਉਦਾਰ, ਗੁਣ ਸਮੂਹ, ਗਨ ਸਮੂਹ ਤੇ ਗੁਣ, ਗੁਣਾਂ ਦੇ ਦਾਤੇ। ਉਦਾਰ ਕਹਿੰਦੇ ਨੇ ਦਾਤੇ ਹੋ। ਮੁਨ ਗਨ ਪ੍ਰਣਾਮ ਆਪ ਤਾਈ ਗਨ ਸਮੂਹ ਮੁਨੀ ਨਮਸਕਾਰਾਂ ਕਰਦੇ ਨੇ। ਨਿਰਭੈ ਨਿਕਾਮ ਨਿਰਭੈ ਨਿਕਾਮ, ਨਿਰਭੈ ਆਪ ਜੀ ਭੈ ਤੋਂ ਰਹਿਤ ਹੋ। ਭੈ ਬਹੁ ਬਚਨ ਹੈ, ਜਿਵੇਂ ਇੱਕ ਬਚਨ ਬਹੁ ਬਚਨ ਹੋਇਆ ਕਰਦਾ ਹੈ। ਆਪ ਜੀ 7 ਪ੍ਰਕਾਰ ਦੇ ਭੈ ਤੋਂ ਰਹਿਤ ਹੋ। ਇਹ ਭੈ ਪਰਲੋਕ ਭੈ, ਜਨਮ ਵੇਦਨਾ ਜਾਤ,
ਅਨ ਰੱਖਿਆ ਅਰ ਗੁਪਤ ਭੈ ਅਕਸ ਮਾਤਰ ਭੈ ਸਾਤ। ਜਿਹੜੇ 7 ਤਰ੍ਹਾਂ ਦੇ ਭੈ ਨੇ ਆਪ ਜੀ ਇਹਨਾਂ ਤੋਂ ਰਹਿਤ ਹੋ। ਨਿਕਾਮ ਆਪ ਜੀ ਕਾਮਨਾ ਤੋਂ ਰਹਿਤ ਹੋ। ਨਿਕਾਮ ਕਾਮ ਆਪ ਜੀ ਕਿਸੇ ਦੇ ਕਾਮੇ ਗੋਲੇ ਨਹੀਂ ਹੋ। ਨਿਕਾਮ ਆਪ ਜੀ ਕਾਮ ਆਦਿਕ ਵਿਕਾਰਾਂ ਤੋਂ ਰਹਿਤ ਹੋ। ਅਤ ਦੁੱਤ ਪ੍ਰਚੰਡ ਪ੍ਰਚੰਡ ਕਹਿੰਦੇ ਨੇ ਤਿੱਖੇ ਨੂੰ। ਅਤ ਦੁੱਤ ਆਪ ਜੀ ਅਤਿਅੰਤ ਹੀ ਪ੍ਰਚੰਡ ਤਿੱਖੇ ਪ੍ਰਕਾਸ਼ ਵਾਲੇ ਹੋ। ਆਪ ਦੀ ਸੋਭਾ ਬਹੁਤ ਤਿੱਖੀ ਹੈ। ਮਿਤ ਗਤ ਅਖੰਡ ਮਿਤ ਮਰਿਆਦਾ ਗਤ ਪ੍ਰਾਪਤੀ ਦੀ ਆਪ ਜੀ ਦੀ ਪ੍ਰਾਪਤੀ ਦੀ ਮਰਿਆਦਾ ਅਖੰਡ ਜੋ ਖੰਡੀ ਨਹੀਂ ਜਾ ਸਕਦੀ। ਇੱਕ ਰਸ ਹੈ ਖੰਡਨ ਤੋਂ ਰਹਿਤ ਹੈ। ਮਿਤ ਸਾਰੀਆਂ ਮਰਿਆਦਾ ਦੇ ਆਪ ਜੀ ਜਾਣਨ ਵਾਲੇ ਹੋ। ਗਤ ਮੁਕਤੀ ਦੇਣ ਵਾਲੇ ਹੋ। ਅਖੰਡ ਕੱਟਣ ਤੋਂ ਰਹਿਤ ਹੋ। ਆਲਿਸੈ ਕਰਮ ਆਲਿਸੈ ਕਰਮ ਕਰਮਾਂ ਦੀ ਲੇਹ ਸਤਾਈ ਤੋਂ ਆਪ ਜੀ ਰਹਿਤ ਹੋ। ਆਪ ਦੇ ਕਰਮ ਲੇਹ ਸਤਾਈ ਤੋਂ ਰਹਿਤ ਹਨ। ਭਾਵ ਸੁਤੇ ਸਿੱਧ ਹਨ। ਕਰਮਾਂ ਦੀ ਲਿਪਾਏ ਮਾਨਗੀ ਤੋਂ ਆਪ ਜੀ ਰਹਿਤ ਹੋ। ਪਾਪ ਪੁੰਨ ਕਾ ਉਸ ਲੇਪ ਨਾ ਲਾਗੈ। ਅਦ੍ਰਿਸੈ ਧਰਮ ਆਦ੍ਰਿਸੈ ਧਰਮ ਆਪ ਦਾ ਧਰਮ ਪਾਲਣ ਆਦ ਕਰਨਾ। ਜਿਵੇਂ ਪੈਦਾ ਕਰਨਾ ਜੋ ਹੈ ਦਿਸਣ ਤੋਂ ਰਹਿਤ ਹੈ। ਪਰੋਖ ਹੋ ਕੇ ਪਾਲਣਾ ਕਰਦੇ ਹੋ। ਇੱਕ ਹੁੰਦਾ ਪਰੋਖ ਇੱਕ ਹੁੰਦਾ ਅਪਰੋਖ। ਪਰੋਖ ਕਹਿੰਦੇ ਨੇ ਗੁਪਤ ਨੂੰ। ਅਪਰੋਖ ਕਹਿੰਦੇ ਨੇ ਜੋ ਪ੍ਰਤੱਖ ਹੈ। ਆਪ ਜੀ ਪਰੋਖ ਗੁਪਤ ਹੋ ਕੇ ਪਾਲਣਾ ਕਰਦੇ ਹੋ। ਦਿਸਣ ਤੋਂ ਰਹਿਤ ਹੋ। ਦਿਸਣ ਤੋਂ ਰਹਿਤ ਹੋ ਕੇ ਧਰਮ ਕਰਦਾ ਹੈ। ਜੋ ਤੇਰਾ ਧਰਮ ਹੈ ਅਖੰਡ ਚੇਤਨ ਹੈ ਜੀ। ਸਤ ਚੇਤਨ ਆਨੰਦ ਸਰੂਪ ਹੋ। ਦਿਸਣ ਤੋਂ ਰਹਿਤ ਹੋ। ਸਰਬਾ ਪਰਨਾਡੈ ਸਰਬਾ ਪਰਨਾਡੈ ਸਾਰਿਆਂ ਦੇ ਭਰਨ ਕਹਿੰਦੇ ਨੇ ਭੂਖਣ ਨੂੰ ਗਹਿਣੇ ਨੂੰ। ਸਾਰਿਆਂ ਦੇ ਆਪ ਜੀ ਗਹਿਣੇ ਰੂਪ ਹੋ। ਆਡੈ ਆਡੈ ਕਹਿੰਦੇ ਨੇ ਆਸਰਾ। ਸਾਰਿਆਂ ਦੇ ਆਪ ਜੀ ਆਸਰਾ ਰੂਪ ਹੋ। ਸਰਬਾ ਪਰਨਾਡੈ ਸਾਰਿਆਂ ਦੀ ਪੂਰਤੀ ਕਰਨ ਵਾਲੇ ਹੋ। ਜਿਹੜੇ ਸਾਰੇ ਪੰਥ ਭੂਖਣ ਕੌਮ ਭੂਖਣ ਦੇਸ਼ ਭੂਖਣ ਸਾਰਿਆਂ ਦੇ ਆਪ ਜੀ ਗਹਿਣਾ ਰੂਪ ਹੋ। ਭੂਖਣ ਰੂਪ ਹੋ। ਅਨਡੰਡ ਵਾਡੈ ਅਨਡੰਡ ਵਾਡੈ ਅਨਡੰਡ ਡੱਡੇ ਤੇ ਟੀਪੀ ਲੱਗੀ ਹੈ ਡੰਡ। ਅਨਡੰਡ ਵਾਡੈ ਆਪ ਜੀ ਅਨ ਰਹਿਤ ਹੋ। ਕਿਸ ਤੋਂ ਦੰਡ ਆਪ ਜੀ ਦੰਡ ਦੇਣ ਤੋਂ। ਕਿਸੇ ਦੇ ਦੰਡ ਦੇਣ ਤੋਂ ਰਹਿਤ ਹੋ। ਆਪ ਜੀ ਨੂੰ ਕੋਈ ਸਜ਼ਾ ਨਹੀਂ ਦੇ ਸਕਦਾ ਦੰਡ ਨਹੀਂ ਦੇ ਸਕਦਾ। ਅਨਡੰਡ ਆਪ ਜੀ ਦਵੈਤ ਨੂੰ ਦੰਡਣ ਵਾਲੇ ਹੋ। ਨਾਸ਼ ਕਰਨ ਵਾਲੇ ਹੋ। ਦੈਂਤਾਂ ਨੂੰ ਦੰਡ ਦੇਣ ਵਾਲੇ ਹੋ। ਹੋਰਨਾਂ ਨੂੰ ਦੰਡ ਦੇਣ ਵਾਲੇ ਹੋ। ਵਾਢੈ ਸਾਰਿਆਂ ਨੂੰ ਵੱਢਣ ਵਾਲੇ ਹੋ। ਵਾਢੈ ਆਪ ਜੀ ਵੱਧ ਰਹੇ ਹੋ। ਚਾਤਰੀ ਸ਼ਾਂਤ ਵੈ ਪ੍ਰਸਾਦ ਚਾਚਰੀ ਛੰਦ ਤੇਰੀ ਕਿਰਪਾ ਪ੍ਰਸਾਦ ਕਹਿੰਦੇ ਨੇ ਕਿਰਪਾ ਨਾਲ ਲਿਖਣ ਲੱਗਾ ਹਾਂ ਉਚਾਰਨ ਲੱਗਾ ਹਾਂ। ਬਿੰਦੇ ਹੁਣ ਜੋ ਚਾਚਰੀ ਛੰਦ ਤਵਾ ਪ੍ਰਸਾਦ ਇੱਥੇ ਆਇਆ ਹੈ ਨਾ ਜਿਵੇਂ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਇਹ ਗਾਇਤਰੀ ਮੰਤਰ ਹੈ ਨਾ। ਇਹ ਮੰਤਰ ਦਾ ਜਾਪ ਕਰਦੇ ਹਾਂ। ਇਸੇ ਤਰ੍ਹਾਂ ਦਸਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਗਾਇਤਰੀ ਜਾਣੋ। ਜਿਵੇਂ ਆਪਣੇ ਮੂਲ ਮੰਤਰ ਹੈ ਇਸੇ ਤਰ੍ਹਾਂ ਇਹ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹ ਗਾਇਤਰੀ ਮੰਤਰ ਹੈ। ਕਈ ਇਸ ਨੂੰ ਹਰਨਾਲੀ ਮੰਤਰ ਵੀ ਕਹਿੰਦੇ ਹਨ। ਇਸ ਦਾ ਨਾਮ ਅਭਿਆਸੀਆਂ ਨੇ ਰੱਖਿਆ ਹੋਇਆ ਹੈ। ਇਹ ਜੋ ਛੰਦ ਹੈ ਇਹ ਮਹਾਰਾਜ ਉਚਾਰਨ ਲੱਗੇ ਨੇ ਗੋਬਿੰਦੇ। ਗੋ ਇੰਦਰੀਆਂ ਦਾ ਬਿੰਦ ਕਹੀਏ ਪ੍ਰਕਾਸ਼ਕ ਨੂੰ ਜੋ ਇੰਦਰੀਆਂ ਦਾ ਪ੍ਰਕਾਸ਼ਕ ਹੈ। ਜੋ 4 ਅੰਤਸ਼ਕਰਨ ਨੇ 5 ਗਿਆਨ ਇੰਦਰੇ 5 ਕਰਮ ਇੰਦਰੇ ਇਹਨਾਂ ਦੇ ਆਪ ਜੀ ਪ੍ਰਕਾਸ਼ਕ ਹੋ। ਗਿਆਨ ਇੰਦਰੇ ਹੁੰਦੇ ਨੇ ਜਿਨ੍ਹਾਂ ਰਾਹੀਂ ਆਪਾਂ ਨੂੰ ਕੋਈ ਗਿਆਨ ਹੋਵੇ। ਜਿਵੇਂ ਜੀਵ ਗਿਆਨ ਇੰਦਰਾ ਹੈ। ਆਪਾਂ ਨੇ ਕੋਈ ਖੱਟਾ ਮਿੱਠਾ ਖਾਧਾ ਆਪਾਂ ਨੂੰ ਗਿਆਨ ਹੋ ਗਿਆ ਕਿ ਚੀਜ਼ ਲੂਣ ਵਾਲੀ ਹੈ ਜਾਂ ਮਿੱਠੇ ਵਾਲੀ ਹੈ। ਅੱਖਾਂ ਰਾਹੀਂ ਦੇਖ ਕੇ ਗਿਆਨ ਹੋਣਾ। ਚਮੜੀ ਨੂੰ ਕੋਈ ਤੱਤਾ ਠੰਡਾ ਲੱਗਿਆ ਤਾਂ ਗਿਆਨ ਹੋਣਾ। ਇਹਨੂੰ ਗਿਆਨ ਇੰਦਰੇ ਕਹਿੰਦੇ ਨੇ। ਕਰਮ ਇੰਦਰੇ ਹੁੰਦੇ ਨੇ ਜਿਨ੍ਹਾਂ ਨਾਲ ਆਪਾਂ ਨੇ ਕੰਮ ਕਰਨੇ। ਜਿਵੇਂ ਹੱਥਾਂ ਨਾਲ ਕੰਮ ਕਰਨਾ ਪੈਰਾਂ ਨਾਲ ਕੰਮ ਕਰਨਾ 2 ਗੁਪਤ ਅੰਗ ਹੋ ਗਏ ਇਹ ਕਰਮ ਇੰਦਰੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਇਹਨਾਂ ਦੇ ਵੀ ਪ੍ਰਕਾਸ਼ਕ ਹੋ। ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲੇ ਹੋ। ਗੋ ਗੁਰਾਂ ਦੀ ਬਾਣੀ ਕਰਕੇ ਜਾਣਨੇ ਯੋਗ ਹੋ। ਮੁਕੰਦੇ ਮੋਹ ਕੰਦੇ ਆਪ ਜੀ ਮੋਹ ਕੱਟਣ ਵਾਲੇ ਹੋ। ਮੁਕਤੀ ਦੇ ਦਾਤੇ ਹੋ। ਉਦਾਰੇ ਆਪ ਜੀ ਦਾਤਾ ਹੈ। ਉਦਾਰੇ ਸ੍ਰੇਸ਼ਟ ਹੋ।
ਉਹ ਵਿਸ਼ੇਸ਼ ਕਰਕੇ ਦਾਰੇ ਵੈਰੀਆਂ ਨੂੰ ਦਲਣ ਵਾਲੇ ਹੋ, ਵੱਡੇ ਹੋ, ਅਪਾਰੇ ਅਪਾਰੇ ਪਾਰਾਵਾਰ ਤੋਂ ਰਹਿਤ ਹੋ। ਹਰਿਯੰ ਹਰਿਯੰ ਸਾਰੇ ਜਗਤ ਨੂੰ ਹਰੇ ਭਰੇ ਕਰਨ ਵਾਲੇ ਹੋ, ਸਾਰੇ ਜਗਤ ਨੂੰ ਨਾਸ਼ ਕਰਨ ਵਾਲੇ ਹੋ, ਅਗਿਆਨ ਨੂੰ ਹਰਨ ਵਾਲੇ ਹੋ, ਅਪਰੋਖ ਗਿਆਨ ਨੂੰ ਕਰਨ ਵਾਲੇ ਹੋ, ਪਰਲੋ ਪਿੱਛੋਂ ਸ੍ਰਿਸ਼ਟੀ ਰਚਣ ਵਾਲੇ ਹੋ। ਹਰਿਯੰ ਜਦੋਂ ਆਪਨੇ ਸਾਰਾ ਕੁਛ ਹਰ ਲਿਆ, ਨਾਸ਼ ਕਰਤਾ, ਨਾਸ਼ ਕਰਕੇ ਫਿਰ ਸ੍ਰਿਸ਼ਟੀ ਰਚ ਦਿੰਦੇ ਹੋ। ਆਪ ਜੀ ਐਸੇ ਹੋ। ਕਾਮ ਆਦਿਕ ਵਿਕਾਰਾਂ ਨੂੰ ਮਾਰ ਕੇ ਸ਼ੁਭ ਗੁਣਾਂ ਨੂੰ ਕਰਨ ਵਾਲੇ ਹੋ। ਆਪ ਜੀ ਪੰਜਾਂ ਵਿਕਾਰਾਂ ਨੂੰ ਹਰ ਲੈਂਦੇ ਹੋ। ਹਿਰਦੇ ਵਿੱਚ ਆਪ ਜੀ ਪ੍ਰਗਟ ਹੋ। ਹਰਿਯੰ ਕਰਿਯੰ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ। ਮਲਾਹ ਹੋ ਕੇ ਸੰਸਾਰ ਸਾਗਰ ਨੂੰ ਪਾਰ ਕਰਨ ਵਾਲਾ ਹੈ। ਕਰਿਯੰ ਹੈ। ਨਿਰਨਾਮੇ ਨਿਰਨਾਮੇ ਨਾਮਾ ਆਦਿਕ ਤੋਂ ਰਹਿਤ ਹੈ। ਆਮੇ ਦੁੱਖਾਂ ਤੋਂ ਰੋਗਾਂ ਤੋਂ ਰਹਿਤ ਹੈ। ਅਕਾਮੇ ਅਕਾਮੇ ਕਾਮਨਾ ਤੋਂ ਰਹਿਤ ਹੈ। ਕਿਸੇ ਦਾ ਕਾਮੇ ਗੋਲਾ ਨਹੀਂ ਹੈ, ਦਾਸ ਨਹੀਂ ਹੈ, ਉਸ ਤੋਂ ਵੀ ਰਹਿਤ ਹੈ। ਕਾਮੇ ਜੋ ਕਾਮ ਆਦਿਕ ਵਿਕਾਰ ਨੇ, ਉਹਨਾਂ ਤੋਂ ਵੀ ਰਹਿਤ ਹੈ। ਐਸਾ ਪਰਮਾਤਮਾ ਦਾ ਸਰੂਪ ਹੈ। ਕਿੰਨੇ ਦੇਖ ਲਓ ਨਾਮ ਹੁਣ ਤੱਕ ਕਲਗੀਧਰ ਪਿਤਾ ਨੇ ਇਹ ਉਚਾਰਨ ਕੀਤੇ ਨੇ ਅਕਾਲ ਪੁਰਖ ਦੇ, ਅਤੇ ਅੱਗੇ ਹੋਰ ਵੀ ਕਈ ਅੱਗੇ ਆਉਣਗੇ। ਉਹ ਪਰਮਾਤਮਾ ਐਸਾ ਹੈ ਜਿਸ ਪਰਮਾਤਮਾ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਜਿਹੜਾ ਪਰਮਾਤਮਾ ਹੈ ਉਸਦਾ ਕੋਈ ਅੰਤ ਪਾ ਹੀ ਨਹੀਂ ਸਕਦਾ। ਇਹ ਤਾਂ ਮਹਾਰਾਜ ਕਲਗੀਧਰ ਪਿਤਾ ਜੀ ਜਾਪ ਸਾਹਿਬ ਦੀ ਬਾਣੀ ਵਿੱਚ ਜੋ ਕਿਰਤਮ ਨਾਮ ਨੇ, ਜੋ ਕਰਮਾਂ ਕਰਕੇ ਨਾਮ ਪਏ ਨੇ, ਜਿਵੇਂ ਕੋਈ ਚਮੜੇ ਦਾ ਕੰਮ ਕਰਦਾ ਉਸਦਾ ਨਾਮ ਉਹ ਹਿਸਾਬ ਦਾ ਹੋ ਜਾਂਦਾ ਹੈ। ਤਰਖਾਣ ਨੂੰ, ਲੱਕੜ ਦਾ ਕੰਮ ਕਰਨ ਵਾਲੇ ਨੂੰ ਤਰਖਾਣ ਕਹਿ ਦਿੰਦੇ ਹਾਂ, ਲੋਹੇ ਦਾ ਕੰਮ ਕਰਨ ਵਾਲੇ ਨੂੰ ਲੁਹਾਰ ਕਹਿ ਦਿੰਦੇ ਹਾਂ। ਇਹ ਕਰਮ ਨਾਮ ਸਤਿਗੁਰੂ ਜੀ ਲਿਖ ਰਹੇ ਨੇ ਅਤੇ ਅਕਾਲ ਪੁਰਖ ਦੀ ਮਹਿਮਾ ਕਰ ਰਹੇ ਨੇ। ਸੋ ਆਓ ਅਸੀਂ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰੀਏ, ਸੱਚੇ ਪਾਤਸ਼ਾਹ ਜੀਓ ਸਾਡੇ 'ਤੇ ਵੀ ਕਿਰਪਾ ਕਰੋ ਕਿ ਅਸੀਂ ਵੀ ਆਪ ਜੀ ਦਾ ਨਾਮ ਜਪੀਏ। ਜੋ ਆਪ ਜੀ ਦੀ ਗੁਰਬਾਣੀ ਦੇ ਅਰਥ ਨੇ ਹਿਰਦੇ ਵਿੱਚ ਧਾਰ ਕੇ ਇਹਨਾਂ ਦੀ ਕਮਾਈ ਕਰੀਏ। ਹੋਈਆਂ ਭੁੱਲਾਂ ਦੀ ਖਿਮਾ ਜੋ ਅੱਗੇ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ, ਜਿਵੇਂ ਮਹਾਰਾਜ ਦਾ ਹੁਕਮ ਹੋਇਆ ਉਵੇਂ ਸਤਿਗੁਰੂ ਜੀ ਕਰਵਾ ਲੈਣਗੇ। ਸੋ ਬਾਕੀ ਕੱਲ੍ਹ ਦੇ ਦੀਵਾਨ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਸੀਸੜੀਆਂ ਜੋ ਹੋਵੈ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।